ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਸੰਨ 77 ਦੇ ਉਹਨਾਂ ਦਹਾਕਿਆਂ ਤੋਂ, ਜਦ ਲੋਕਾਂ 'ਚ ਪਿਆਰ, ਮੁਹੱਬਤ, ਆਪਸੀ ਵਿਸ਼ਵਾਸ ਤੇ ਭਾਈਚਾਰਾ ਹੁੰਦਾ ਸੀ। ਕਹਿੰਦੇ ਆ ਕਿ ਇਨਸਾਨ ਤਾਂ ਆਪਣੇ ਕਰਮ ਨਾਲ ਲੈ ਕੇ ਹੀ ਪੈਦਾ ਹੁੰਦੇ ਆ, ਪਰ ਕੁਝ ਕੁ ਨੂੰ ਆਪਣੇ ਕਰਮ ਹੱਥੀਂ ਆਪ ਬਣਾਉਣੇ ਪੈਂਦੇ ਆ। ਇਹ ਵੀ ਕਹਾਣੀ ਹੈ ਅਜਿਹੇ ਹੀ ਇੱਕ ਇਨਸਾਨ ਕਰਮੇ ਦੀ ਹੈ। ਵੈਸੇ ਨਾਮ ਤਾਂ ਉਸਦੇ ਘਰਦਿਆਂ ਨੇ ਕਰਮਾ ਰੱਖਿਆ ਸੀ, ਪਰ ਕਰਮ ਤਾਂ ਸ਼ਾਇਦ ਉਸਦੇ ਰੱਬ ਵੀ ਲਿਖਣੇ ਭੁੱਲ ਹੀ ਗਿਆ ਸੀ। ਚਲੋ ਫੇਰ ਜੀ ਆਪਾਂ ਹੁਣ ਸ਼ੁਰੂ ਕਰਦੇ ਹਾਂ ਕਰਮੇ ਦੀ ਕਹਾਣੀ। ਦਸੰਬਰ ਮਹੀਨੇ ਦੀ ਇੱਕ ਧੁੰਦ ਭਰੀ ਸਵੇਰ ਸੀ। ਤੜਕੇ ਦੇ ਹਾਲੇ 5 ਵਜੇ ਸੀ ਜਦ ਨਹਿਰ ਵਾਲੀ ਰੋਡ ਤੇ ਇੱਕ ਲੋਡ ਹੋਇਆ ਟਰੱਕ ਆ ਕੇ ਰੁਕਿਆ। ਫਿਰ ਕੁਝ ਦੇਰ ਬਾਅਦ ਇੱਕ ਬੰਦਾ ਲੋਈ ਦੀ ਬੁੱਕਲ ਮਾਰੀ ਟਰੱਕ 'ਚੋਂ ਉਤਰਿਆ। ਟਰੱਕ ਦੇ ਚਾਰੇ ਪਾਸੇ ਗੇੜਾ ਮਾਰ ਕੇ ਡਰਾਈਵਰ ਵਾਲੀ ਸੀਟ ਕੋਲ ਆਇਆ ਤੇ ਫਿਰ ਉਹ ਗੱਡੀ ਨੂੰ ਸਾਈਡ ਤੇ ਲਗਾਉਣ ਲੱਗਾ। ਬਾਈ ਜੀ ਥੋੜਾ ਜਿਹਾ ਰੋਕ ਕੇ। ਫਿਰ ਹਰਦੇਵ ਜਲਦੀ ਨਾਲ ਡਰਾਈਵਰ ਵਾਲੀ ਸਾਈਡ ਤੇ ਆ ਕੇ ਮੇਜਰ ਨੂੰ ਕਹਿਣ ਲੱਗਾ, ਬਾਈ ਇੱਧਰ ਨੂੰ ਨਹੀਂ, ਥੋੜਾ ਜਿਹਾ ਇਸ ਨੂੰ ਆਪਣੇ ਸੱਜੇ ਹੱਥ ਨੂੰ ਥੋੜਾ ਜਿਹਾ ਮੋੜ ਕੇ ਕੱਚੇ 'ਚ ਲਾ ਕੇ ਖਲਾਰ ਦੇ। ਅੱਜ ਤਾਂ ਧੁੰਦ ਵੀ ਵਾਹਵਾ ਡਿੱਗੀ ਹੋਈ ਆ, ਐਵੇਂ ਕਿਤੇ ਕੋਈ ਮੂੰਹ ਹਨੇਰੇ ਦੁਰਘਟਨਾ ਹੀ ਨਾ ਵਾਪਰ ਜਾਵੇ। ਮੇਜਰ ਦਾ ਕਲੀਨਰ ਹਰਦੇਵ ਉਸ ਦੇ ਨਾਲ ਉਹਨਾਂ ਦਾ ਪੰਚਰ ਹੋਇਆ ਟਰੱਕ ਸੜਕ ਦੀ ਸਾਈਡ ਤੇ ਲਗਵਾ ਰਿਹਾ ਸੀ। ਫਿਰ ਟਰੱਕ ਸਾਈਡ ਤੇ ਲਗਾ ਕੇ ਮੇਜਰ ਨੇ ਟਰੱਕ ਦੀ ਬਾਰੀ ਖੋਲੀ ਤੇ ਛਾਲ ਮਾਰ ਕੇ ਬਾਹਰ ਉਤਰਿਆ ਤਾਂ ਆਪਣੇ ਕੱਪੜੇ ਠੀਕ ਕਰਕੇ ਲੋਹੀ ਦੀ ਬੁੱਕਲ ਮਾਰਦਾ ਹੋਇਆ ਹਰਦੇਵ ਦੇ ਕੋਲ ਆ ਕੇ ਉਹ ਟਾਇਰ ਨੂੰ ਦੇਖਦੇ ਹੋਏ ਕਹਿਣ ਲੱਗਾ, ਪਤਾ ਨਹੀਂ ਯਾਰ ਸਾਲਾ ਕਿਸ ਮਨਹੂਸ ਦਾ ਸਵੇਰੇ ਸਵੇਰੇ ਮੂੰਹ ਦੇਖ ਲਿਆ ਸੀ। ਆਹ ਮਹੀਨੇ 'ਚ ਅੱਜ ਦੂਜੀ ਵਾਰ ਹੀ ਪੰਚਰ ਹੋ ਗਿਆ। ਆ ਦੇਬਿਆ ਦੇਖਦਾ ਕੀ ਆ ਯਾਰ, ਲਿਆ ਜਲਦੀ ਨਾਲ ਟਰੱਕ 'ਚੋਂ ਜੈਕ ਕੱਢ ਕੇ ਕਰੀਏ ਇਸ ਦਾ ਟਾਇਰ ਬਦਲੀ, ਨਹੀਂ ਪਿਛਲੀ ਵਾਰੀ ਵਾਂਗੂ ਆਪਾਂ ਫਿਰ ਕਿਤੇ ਮਾਲ ਪਹੁੰਚਾਉਣ ਨੂੰ ਲੇਟ ਨਾ ਹੋ ਜਾਈਏ। ਦੇਬਾ ਜਦ ਟਰੱਕ 'ਚੋਂ ਜੈਕ ਉਤਾਰਨ ਗਿਆ ਤਾਂ ਮੇਜਰ ਨਹਿਰ ਦੇ ਕਿਨਾਰੇ ਖੜਾ ਭਾਫਾ ਮਾਰਦਾ ਵਗਦਾ ਹੋਇਆ ਪਾਣੀ ਦੇਖ ਕੇ ਟਹਿਲਦਾ ਹੋਇਆ ਅੱਗੇ ਵੱਲ ਨੂੰ ਤੁਰ ਪਿਆ। ਜਦ ਉਹ ਤੁਰਦਾ ਹੋਇਆ 300 ਮੀਟਰ ਹੋਰ ਅੱਗੇ ਆਇਆ ਤਾਂ ਉਸ ਨੂੰ ਲਾਗਿਓਂ ਹੀ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਆਪਣੀ ਉਤਸੁਕਤਾ ਵਸ ਪੈ ਕੇ ਹੋਰ ਅੱਗੇ ਜਲਦੀ ਨਾਲ ਭੱਜ ਕੇ ਜਦ ਆਇਆ ਤਾਂ ਦੇਖਿਆ ਪੁਲ ਦੇ ਕੋਲ ਕੁਝ ਕੱਪੜਿਆਂ 'ਚ ਲਿਪਟਿਆ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਸੀ। ਇਹ ਦੇਖ ਮੇਜਰ ਬੱਚੇ ਦੇ ਕੋਲ ਆਇਆ ਤੇ ਉਸ ਨੂੰ ਚੱਕ ਕੇ ਆਸੇ-ਪਾਸੇ ਆਵਾਜ਼ਾਂ ਮਾਰਦਾ ਹੋਇਆ ਕਿਸੇ ਨੂੰ ਲੱਭਣ ਲੱਗਾ। ਉਹ ਕੋਈ ਹੈ ਭਾਈ, ਇਹ ਬੱਚਾ ਕਿਸ ਦਾ? ਕੁਝ ਦੇਰ ਤਾਂ ਉਹ ਆਵਾਜ਼ਾਂ ਮਾਰਦਾ ਪਰ ਜਦ ਕਿਸੇ ਪਾਸਿਓਂ ਵੀ ਕੋਈ ਜਵਾਬ ਨਹੀਂ ਆਇਆ, ਇਹ ਦੇਖ ਕੇ ਮੇਜਰ ਦੇਬੇ ਨੂੰ ਹਾਕਾ ਮਾਰਨ ਲੱਗਾ। ਉਸ ਦੀ ਆਵਾਜ਼ ਸੁਣ ਕੇ ਦੇਬਾ ਥੋੜਾ ਜਿਹਾ ਘਬਰਾਇਆ ਹੋਇਆ ਰਾੜ ਚੱਕ ਕੇ ਉਸ ਦੇ ਕੋਲ ਭੱਜਿਆ ਆਇਆ ਤੇ ਕਹਿਣ ਲੱਗਾ, ਉਹ ਬਾਈ ਕੀ ਹੋਇਆ? ਮੇਜਰ ਦੇ ਹੱਥਾਂ ਵਿੱਚ ਛੋਟਾ ਜਿਹਾ ਬੱਚਾ ਫੜਿਆ ਦੇਖ ਕੇ ਉਹ ਕਹਿਣ ਲੱਗਾ, ਜਾ ਯਾਰ ਤੂੰ ਤਾਂ ਡਰਾ ਹੀ ਦਿੱਤਾ ਸੀ ਬਾਈ। ਆਹ ਜਵਾਕ ਕਿਸ ਦਾ? ਮੇਜਰ ਪਤਾ ਨਹੀਂ ਦੇਬਿਆ ਕੌਣ ਇਸ ਕਰਮਾ ਮਾਰੇ ਨੂੰ ਇੰਨੀ ਠੰਡ 'ਚ ਨਹਿਰ ਕਿਨਾਰੇ ਤੜਫਣ ਲਈ ਛੱਡ ਗਿਆ। ਫਿਰ ਦੇਬਾ ਜਵਾਕ ਨੂੰ ਦੇਖਦੇ ਹੋਏ ਕਹਿਣ ਲੱਗਾ, ਬਾਈ ਇਹ ਤਾਂ ਮੁੰਡਾ, ਇਸ ਦੇ ਪਾਏ ਕੱਪੜਿਆਂ ਤੋਂ ਤਾਂ ਇਹ ਮੈਨੂੰ ਕਿਸੇ ਚੰਗੇ ਘਰ ਦਾ ਲੱਗਦਾ। ਲਿਆ ਸਾਲੇ ਲੋਕੀ ਵੀ ਨਾ ਕਮਾਲ ਕਰਦੇ ਆ, ਕੋਈ ਜਵਾਕ ਨੂੰ ਵੀ ਏਦਾਂ ਮਰਨ ਲਈ ਛੱਡਦਾ ਹੁੰਦਾ। ਤੂੰ ਇਸ ਨੂੰ ਮੈਨੂੰ ਫੜਾ ਤੇ ਆਸੇ-ਪਾਸੇ ਜਾ ਕੇ ਦੇਖ ਜੇ ਕੋਈ ਮਿਲਦਾ ਹੈ ਤਾਂ। ਫਿਰ ਦੇਬੇ ਨੂੰ ਬੱਚਾ ਫੜਾ ਕੇ ਮੇਜਰ ਆਸੇ-ਪਾਸੇ ਨਹਿਰ ਦੇ ਦੇਖਣ ਚਲਾ ਗਿਆ ਤਾਂ ਕੁਝ ਦੇਰ ਬਾਅਦ ਮੇਜਰ ਵਾਪਸ ਆਇਆ ਤੇ ਕਹਿਣ ਲੱਗਾ, ਆਸੇ-ਪਾਸੇ ਤਾਂ ਦੇਬਿਆ ਕੁਝ ਵੀ ਨਹੀਂ ਮਿਲਿਆ ਯਾਰ, ਮੈਨੂੰ ਤਾਂ ਲੱਗਦਾ ਹੈ ਕਿ ਬੱਚੇ ਨੂੰ ਇੱਥੇ ਛੱਡਣ ਵਾਲਾ ਕਦੋਂ ਦਾ ਚਲਾ ਗਿਆ ਏ। ਤੂੰ ਇੱਕ ਕੰਮ ਕਰ, ਆ ਬੱਚੇ ਨੂੰ ਲਿਜਾ ਕੇ ਗੱਡੀ ਬਿਠਾ, ਇਸ ਨੂੰ ਠੰਡ ਲੱਗਦੀ ਹੋਊ। ਦੇਬਾ, ਬਾਈ ਮੈਂ ਹੁਣ ਟਰੱਕ ਦਾ ਟਾਇਰ ਬਦਲਾਂ ਜਾਂ ਫਿਰ ਬੱਚੇ ਨੂੰ ਸੰਭਾਲਾਂ? ਮੇਜਰ, ਲਿਆ ਯਾਰ ਇਸ ਨੂੰ ਮੈਂ ਹੀ ਸਾਂਭਦਾ, ਤੂੰ ਫਟਾਫਟ ਮਿੰਟ ਮਾਰ ਟਾਇਰ ਬਦਲ ਤੇ ਆਪਾਂ ਫੇਰ ਅੱਗੇ ਚੱਲੀਏ। ਫਿਰ ਜਦ ਦੇਬੇ ਤੋਂ ਬੱਚਾ ਮੇਜਰ ਫੜਨ ਲੱਗਿਆ ਤਾਂ ਉਸ ਦੀ ਕੰਬਲੀ ਉੱਪਰੋਂ ਲੈ ਕੇ ਹੇਠਾਂ ਡਿੱਗ ਪਈ ਤੇ ਉਸ ਦੇ ਵਿੱਚੋਂ ਇੱਕ ਚਿੱਠੀ ਵੀ ਹੇਠਾਂ ਡਿੱਗ ਪਈ। ਫਿਰ ਦੇਬਾ ਬੱਚੇ ਤੇ ਕੰਬਲੀ ਦੇ ਕੇ ਚਿੱਠੀ ਚੱਕ ਕੇ ਮੇਜਰ ਨੂੰ ਫੜਾਉਂਦੇ ਹੋਏ ਕਹਿਣ ਲੱਗਾ, ਬਾਈ ਮੈਨੂੰ ਤਾਂ ਇਹ ਕੋਈ ਵੱਡਾ ਹੀ ਚੱਕਰ ਲੱਗਦਾ ਏ, ਸਾਨੂੰ ਸ਼ਾਇਦ ਪੁਲਿਸ ਕੋਲ ਜਾਣਾ ਚਾਹੀਦਾ ਏ। ਮੇਜਰ, ਉਹ ਕੋਈ ਨਾ, ਪੁਲਿਸ ਦਾ ਵੀ ਦੇਖ ਲਵਾਂਗੇ ਯਾਰ, ਨਾਲੇ ਤੈਨੂੰ ਚੰਗਾ ਭਲਾ ਪਤਾ ਮੈਂ ਕਿੰਨਾ ਕੁ ਪੜ੍ਹਿਆ ਏ।
ਤੂੰ ਫਿਰ ਇਹ ਚਿੱਠੀ ਮੈਨੂੰ ਫੜਾ ਰਿਹਾ ਏ। ਤੂੰ ਇਹ ਹੀ ਚਿੱਠੀ ਪੜ੍ਹ ਕੇ ਸੁਣਾ ਮੈਨੂੰ, ਇਸ ਦੇ ਵਿੱਚ ਕੀ ਲਿਖਿਆ। ਫਿਰ ਦੇਬਾ ਚਿੱਠੀ ਪੜ੍ਹਦੇ ਹੋਏ ਕਹਿਣ ਲੱਗਾ, ਬਾਈ ਇਸ ਦੇ ਵਿੱਚ ਤਾਂ ਲਿਖਿਆ ਕਿ ਇਸ ਦੀ ਮਾਂ ਨੇ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਵਿਆਹ ਕੀਤਾ ਸੀ। ਹੁਣ ਜਦ ਉਹਨਾਂ ਨੇ ਆਪਣੀ ਧੀ ਤੇ ਉਸ ਦੀ ਘਰ ਵਾਲੇ ਨੂੰ ਇੰਨੇ ਸਾਲਾਂ ਬਾਅਦ ਲੱਭ ਲਿਆ ਹੈ ਤਾਂ ਉਹ ਹੁਣ ਆਪਣੀ ਇੱਜ਼ਤ ਦੀ ਖਾਤਰ ਇਸ ਦੇ ਘਰ ਵਾਲੇ ਨੂੰ ਮਾਰਨ ਤੋਂ ਮਗਰੋਂ ਉਹ ਇਸ ਦੀ ਤੇ ਇਸ ਦੇ ਪੁੱਤਰ ਦੀ ਜਾਨ ਦੇ ਵੈਰੀ ਬਣੇ ਹੋਏ ਆ। ਸੋ ਇਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਤਾਂ ਕਰਕੇ ਇਸ ਦੀ ਮਾਂ ਨੇ ਤਾਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਹੇਠਾਂ ਆਖਰ 'ਚ ਲਿਖਿਆ ਕਿ ਜੇ ਹੋ ਸਕਿਆ ਤਾਂ ਆਪਣੀ ਇਸ ਮਾਂ ਨੂੰ ਮਾਫ਼ ਕਰ ਦੇਵੀਂ। ਕਰਮੇ ਪੁੱਤ, ਮੈਂ ਤੈਨੂੰ ਜਨਮ ਤਾਂ ਦੇ ਦਿੱਤਾ ਪਰ ਆਪਣੀ ਮਮਤਾ ਤੇ ਪਿਆਰ ਨਾ ਦੇ ਪਾਈ। ਤੇਰੀ ਬੇਵਸ ਮਾਂ ਕਰਮਜੀਤ ਕੌਰ ਢਿੱਲੋਂ। ਉਸ ਦੀ ਗੱਲ ਸੁਣ ਕੇ ਮੇਜਰ ਹੱਥ ਜੋੜ ਕੇ ਉੱਪਰ ਨੂੰ ਕਰਕੇ ਕਹਿਣ ਲੱਗਾ, ਵਾਹ ਓ ਮੇਰੇ ਮਾਲਕਾ, ਸੱਚੀ ਤੇਰੇ ਰੰਗ ਵੀ ਨਿਆਰੇ ਹੀ ਨੇ। ਤੂੰ ਵੀ ਨਾ ਰੱਬਾ ਕਦੇ ਕਦਾਈ ਸੱਚੀ ਕਮਾਲ ਹੀ ਕਰਦਾ। ਉਹ ਲੋਕ ਤਾਂ ਦੁੱਧ ਪੁੱਤ ਲਈ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ ਰਗੜਦੇ ਆ, ਪਰ ਜਿਨ੍ਹਾਂ ਨੂੰ ਇਹ ਦਾਤ ਆਪ ਰੱਬ ਬਖਸ਼ਦਾ ਉਹ ਪਤਾ ਨਹੀਂ ਵਿਚਾਰੇ ਕਿਹੜੇ ਹਾਲਾਤਾਂ ਦੇ ਮਾਰੇ ਹੋਣੇ ਆ, ਜੋ ਆਪਣੇ ਇਸ ਫੁੱਲਾਂ ਵਰਗੇ ਪੁੱਤ ਨੂੰ ਇਸ ਦੁਨੀਆ 'ਚ ਇਕੱਲਾ ਛੱਡ ਕੇ ਮੌਤ ਨੂੰ ਗਲੇ ਲਗਾ ਲੈਂਦੇ ਨੇ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਆਪਣੇ ਇਹਨਾਂ ਮਜਲੂਮਾਂ ਦਾ ਤਾਂ ਤੂੰ ਹੀ ਰਾਖਾ ਏ। ਫਿਰ ਉਹ ਦੇਬੇ ਨੂੰ ਕਹਿਣ ਲੱਗਾ, ਦੇਬਿਆ ਜੇ ਆਪਾਂ ਇਸ ਨੂੰ ਪੁਲਿਸ ਚੌਂਕੀ ਲੈ ਗਏ ਤਾਂ ਉਹਨਾਂ ਨੇ ਸਾਲੇ 100 ਸਵਾਲ ਜਵਾਬ ਕਰਨੇ ਆ। ਕਿਸ ਦਾ ਜਵਾਕ ਆ, ਤੁਹਾਨੂੰ ਕਿੱਥੋਂ ਮਿਲਿਆ, ਆਸੇ ਪਾਸੇ ਕੋਈ ਓਪਰਾ ਬੰਦਾ ਦੇਖਿਆ, ਹੋਰ ਪਤਾ ਨਹੀਂ ਕੀ ਕੀ ਲੱਲਾ ਫੱਬਾ ਕਰਨਾ ਤੇ ਉੱਪਰੋਂ ਫਿਰ ਇਸ ਬੱਚੇ ਦੀ ਜ਼ਿੰਦਗੀ ਵੀ ਕਿਸੇ ਸ਼ਹਿਰ ਦੇ ਆਸ਼ਰਮ 'ਚ ਅਨਾਥਾਂ ਵਾਂਗ ਬੀਤਣੀ ਆ। ਮੈਂ ਤਾਂ ਕਹਿੰਦਾ ਤੂੰ ਹੀ ਇਸ ਨੂੰ ਆਪਣੇ ਘਰ ਲੈ ਚੱਲ। ਦੇਬਾ ਬਾਈ ਸੱਚ ਕਹਾਂ ਤਾਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਮੇਰੀ ਘਰਵਾਲੀ ਦਾ ਸੁਭਾਅ ਤਾਂ ਤੂੰ ਜਾਣਦਾ ਹੀ ਹੈ ਨਾ। ਮੇਜਰ, ਚੱਲ ਕੋਈ ਗੱਲ ਨਹੀਂ ਯਾਰਾ, ਜੇ ਇਹੀ ਗੱਲ ਹੈ ਨਾ ਤਾਂ ਇਸ ਨੂੰ ਮੈਂ ਹੀ ਰੱਖ ਲੈਂਦਾ, ਪਰ ਤੂੰ ਕਿਸੇ ਕੋਲ ਇਸ ਦੇ ਬਾਰੇ ਕੋਈ ਗੱਲ ਨਹੀਂ ਕਰਨੀ। ਦੇਬਾ, ਪਰ ਬਾਈ ਤੇਰੇ ਤਾਂ ਪਹਿਲਾਂ ਹੀ 3 ਜਵਾਕ ਆ, ਉਹਨਾਂ ਨੇ ਵੀ ਕੱਲ ਨੂੰ ਵੱਡੇ ਹੋਣਾ, ਫਿਰ ਉਹਨਾਂ ਦੇ ਵਿਆਹ ਕਰਨੇ ਆ ਤੇ ਉੱਪਰੋਂ ਫਿਰ ਆ ਇੱਕ ਹੋਰ ਯਾਰਾ, ਇੰਨਾ ਖਰਚਾ ਤੂੰ ਸਭ ਦਾ ਕਿਵੇਂ ਚੱਕੇਗਾ। ਮੇਜਰ, ਉਹ ਯਾਰਾ ਕਹਿੰਦੇ ਆ ਨਾ ਕਿ ਦਾਣਾ ਪਾਣੀ ਤਾਂ ਹਰ ਕੋਈ ਆਪਣਾ ਧੁਰੋਂ ਲਿਖਾ ਕੇ ਹੀ ਲਿਆਉਂਦਾ ਹੁੰਦਾ ਏ। ਉਹ ਜਿੱਥੇ ਮੈਂ ਕੱਲ ਨੂੰ ਉਹਨਾਂ ਤਿੰਨਾਂ ਦੇ ਕਾਜ ਰਚਾਉਣੇ ਆ, ਉੱਥੇ ਹੀ ਰੱਬ ਦੀ ਮਿਹਰ ਨਾਲ ਇੱਕ ਇਸ ਰੱਬ ਦੇ ਜੀ ਦਾ ਵੀ ਰਚਾ ਦੇਵਾਂਗਾ, ਤਾਂ ਫਿਰ ਕੀ ਫਰਕ ਪੈ ਜਾਊ। ਚੱਲ ਤੂੰ ਹੁਣ ਦੇਰ ਨਾ ਕਰ, ਮਿੰਟ ਮਾਰ ਕੇ ਟਾਇਰ ਬਦਲ ਦੇ ਤੇ ਫਿਰ ਆਪਾਂ ਵੀ ਚੱਲੀਏ। ਦੇਬੇ ਨੇ ਜੈਕ ਲਗਾ ਕੇ ਟਾਇਰ ਖੋਲ੍ਹਿਆ ਤੇ ਫਿਰ ਕੁਝ ਹੀ ਦੇਰ 'ਚ ਬਦਲ ਮਾਰਿਆ। ਉਸ ਤੋਂ ਬਾਅਦ ਆਪਣਾ ਗੇੜਾ ਲਗਾ ਕੇ ਅਗਲੇ ਉਹ ਦੋਵੇਂ ਪਿੰਡ ਵਾਪਸ ਆ ਗਏ। ਮੇਜਰ ਨੇ ਘਰ ਆ ਕੇ ਆਪਣੀ ਘਰਵਾਲੀ ਤੇਜੋ ਦੀ ਝੋਲੀ 'ਚ ਜਦ ਉਹ ਬੱਚਾ ਪਾਇਆ ਤਾਂ ਫਿਰ ਉਸ ਨੂੰ ਦੇਖਦੇ ਹੋਏ ਉਹ ਕਹਿਣ ਲੱਗੀ, ਮੈਂ ਕਿਹਾ ਜੀ ਆਹ ਤੁਸੀਂ ਬੱਚਾ ਕਿਸ ਦਾ ਚੱਕ ਲਿਆਏ ਹੋ। ਫਿਰ ਉਸ ਦੀ ਗੱਲ ਸੁਣ ਕੇ ਮੇਜਰ ਕਹਿਣ ਲੱਗਾ, ਦੇਖ ਤੇਜੋ, ਇਹ ਗੱਲ ਤੇਰੇ ਮੇਰੇ ਤੇ ਸਾਡੇ ਪਰਿਵਾਰ ਵਿੱਚ ਹੀ ਰਹੇ, ਕਿਸੇ ਬਾਹਰੀ ਬੰਦੇ ਕੋਲ ਨਹੀਂ ਜਾਣੀ ਚਾਹੀਦੀ। ਫਿਰ ਉਸਨੇ ਨਹਿਰ ਕਿਨਾਰੇ ਵਾਲੀ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ ਤਾਂ ਉਹ ਕਹਿਣ ਲੱਗੀ, ਪਤਾ ਨਹੀਂ ਜੀ ਕਿੰਨੀ ਅਭਾਗਣ ਹੋਣੀ ਆ ਉਹ ਧੀ ਜੋ ਆਪਣੇ ਬੱਚੇ ਜਨਮ ਦੇ ਕੇ ਪਾਲ ਪਲੋਸ ਵੀ ਨਾ ਸਕੀ। ਸੱਚੀ ਕਦੇ ਕਦੇ ਪਤਾ ਨਹੀਂ ਇਹ ਰੱਬ ਵੀ ਨਾ ਕਿਹੋ ਜੀਆਂ ਖੇਡਾਂ ਰਚਾਉਂਦਾ ਏ। ਪਰ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਜੀ, ਇਸ ਨੂੰ ਮੈਂ ਆਪਣਾ ਪੁੱਤਰ ਬਣਾ ਕੇ ਹੀ ਪਾਲਾਂਗੀ। ਉਧਰ ਫਿਰ ਜਦ ਘੰਟੇ ਕੋ ਬਾਅਦ ਤੇਜੋ ਦੀ ਧੀ ਛਿੰਦੋ ਗਵਾਂਢੀਆਂ ਦੇ ਘਰੋਂ ਆਈ ਤਾਂ ਆਪਣੇ ਘਰ ਵਿੱਚ ਛੋਟਾ ਬੱਚਾ ਦੇਖ ਕੇ ਉਹ ਖੁਸ਼ ਹੁੰਦੀ ਹੋਈ ਆਪਣੀ ਬੇਬੇ ਨੂੰ ਕਹਿਣ ਲੱਗੀ, ਬੇਬੇ ਆਹ ਕਾਕਾ ਕਿੰਨਾ ਦਾ। ਬੇਬੇ, ਆਪਣਾ ਹੀ ਆ ਧੀਏ, ਆ ਬਾਕੀ ਸਭ ਕੁਝ ਮੈਂ ਤੈਨੂੰ ਸਭ ਨੂੰ ਰਾਤੀ ਦੱਸਾਂਗੀ। ਛਿੰਦੋ, ਬੇਬੇ ਇਹ ਤਾਂ ਕਿੰਨਾ ਪਿਆਰਾ ਏ, ਮੈਂ ਇਸ ਨੂੰ ਚੱਕ ਲਵਾਂ। ਬੇਬੇ, ਨਾ ਧੀਏ, ਹਾਲੇ ਸੁੱਤਾ ਤਾਂ ਇਸ ਨੂੰ ਸੁੱਤਾ ਹੀ ਰਹਿਣ ਦੇ, ਜਦ ਉੱਠ ਗਿਆ ਫਿਰ ਇਸ ਦੇ ਨਾਲ ਖੇਡ ਲਵੀਂ। ਤੂੰ ਬੈਠ ਇਸ ਦੇ ਕੋਲ ਹੀ, ਮੈਂ ਕੋਈ ਕੰਮ ਕਰ ਦੇਖ ਲਵਾਂ। ਫਿਰ ਤੇਜੋ ਆਪਣੀ ਧੀ ਕਰਮੇ ਕੋਲ ਬਿਠਾ ਕੇ ਆਪਣੇ ਕੰਮ ਧੰਦੇ ਲੱਗ ਗਈ। ਦੁਪਹਿਰੋਂ ਬਾਅਦ ਜਦ ਮੇਜਰ ਦਾ ਵੱਡਾ ਮੁੰਡਾ ਜਗਤਾਰ ਆਪਣੇ ਖੇਤੋਂ ਆਇਆ ਤਾਂ ਆਪਣੇ ਘਰ ਵਿੱਚ ਕਿਸੇ ਜਵਾਕ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਅੰਦਰ ਕਮਰੇ 'ਚ ਆਇਆ ਤਾਂ ਆਪਣੀ ਭੈਣ ਦੀ ਗੋਦੀ 'ਚ ਜਵਾਕ ਦੇਖ ਕੇ ਉਹ ਕਹਿਣ ਲੱਗਾ, ਛਿੰਦੋ, ਇਹ ਤੂੰ ਕਿਸ ਦਾ ਜਵਾਕ ਚੱਕੀ ਫਿਰਦੀ ਆ। ਛਿੰਦੋ, ਵੀਰੇ ਕਿਸੇ ਦਾ ਨਹੀਂ, ਇਹ ਆਪਣਾ ਹੀ ਕਾਕਾ, ਬੇਬੇ ਕਹਿੰਦੀ ਆ।
ਉਸ ਦੀ ਗੱਲ ਸੁਣ ਕੇ ਜਗਤਾਰ ਆਪਣੀ ਰੋਟੀ ਬਣਾਉਂਦੀ ਬੇਬੇ ਕੋਲ ਚੌਂਕੇ 'ਚ ਜਾ ਕੇ ਬੈਠ ਗਿਆ ਤੇ ਕਹਿਣ ਲੱਗਾ, ਬੇਬੇ ਆਹ ਛਿੰਦੋ ਕੋਲ ਜਵਾਕ ਕਿੰਨਾ ਦਾ? ਉਹ ਕਹਿ ਰਹੀ ਆ ਇਹ ਆਪਣਾ ਹੀ ਆ। ਬੇਬੇ ਪੁੱਤ ਇਸ ਦੇ ਪਿੱਛੇ ਨਾ ਲੰਬੀ ਕਹਾਣੀ ਹੈ, ਉਹ ਤੈਨੂੰ ਸਭ ਨੂੰ ਮੈਂ ਰਾਤ ਨੂੰ ਦੱਸਾਂਗੀ। ਫਿਲਹਾਲ ਪਰ ਤੂੰ ਇੰਨਾ ਹੀ ਜਾਣ ਲੈ ਕਿ ਇਹ ਤੇਰੇ ਬਾਪੂ ਨੂੰ ਗੇੜਾ ਲੈ ਕੇ ਜਾਂਦੇ ਹੋਏ ਕਿਸੇ ਨਹਿਰ ਕਿਨਾਰੇ ਮਿਲਿਆ ਸੀ। ਬੱਚੇ ਦਾ ਪਿਓ ਨੂੰ ਇਸ ਦੇ ਸਹੁਰਿਆਂ ਨੇ ਮਾਰ ਦਿੱਤਾ ਤੇ ਹੁਣ ਤਾਂ ਸ਼ਾਇਦ ਇਸ ਦੀ ਮਾਂ ਵੀ ਮਰ ਗਈ ਆ ਤੇ ਉਸ ਕੁੜੀ ਦੇ ਘਰ ਵਾਲੇ ਹੁਣ ਇਸ ਬੱਚੇ ਦੀ ਜਾਨ ਪਿੱਛੇ ਪਏ ਹੋਏ ਆ। ਬੱਚੇ ਨੂੰ ਪੁਲਿਸ ਚੌਂਕੀ 'ਚ ਲੈ ਕੇ ਜਾਣ ਨੂੰ ਤੇਰੇ ਬਾਪੂ ਦਾ ਜੀ ਜਿਹਾ ਨਹੀਂ ਮੰਨਿਆ, ਸੋ ਇਸ ਨੂੰ ਘਰ ਲੈ ਆਇਆ। ਹੁਣ ਅੱਜ ਤੋਂ ਇਹ ਵੀ ਆਪਣੇ ਘਰ ਦਾ ਜੀ ਹੈ, ਸਾਡੇ ਸਾਰਿਆਂ ਦੇ ਨਾਲ ਇਸੇ ਘਰ ਵਿੱਚ ਰਹੇਗਾ। ਜਗਤਾਰ, ਚਲੋ ਇਹ ਤਾਂ ਚੰਗੀ ਗੱਲ ਹੋਈ ਜੋ ਬਾਪੂ ਇਸ ਨੂੰ ਘਰੇ ਲੈ ਆਇਆ। ਇਸ ਬਹਾਨੇ ਹੁਣ ਘਰ ਵਿੱਚ ਰੌਣਕ ਵੀ ਲੱਗੀ ਰਿਹਾ ਕਰੂਗੀ। ਲਿਆ ਬੇਬੇ ਹੁਣ ਮੈਨੂੰ ਰੋਟੀ ਪਾ ਦੇ, ਹਾਲੇ ਖੇਤ ਕਰਨੇ ਵਾਲਾ ਕੰਮ ਪਿਆ। ਜਗਤਾਰ ਆਪਣੀ ਰੋਟੀ ਖਾ ਕੇ ਫੇਰ ਅੰਦਰ ਆਇਆ ਤੇ ਛਿੰਦੋ ਕੋਲ ਬੈਠਦੇ ਹੋਏ ਕਹਿਣ ਲੱਗਾ, ਨੀ ਛਿੰਦੋ ਲਿਆ ਤਾਂ ਮੈਨੂੰ ਤਾਂ ਫੜਾ ਫਿਰ ਇਹ ਜਿਹਾ ਗੋਲੂ ਮੋਲੂ। ਫਿਰ ਆਪਣੇ ਵੀਰ ਜਗਤਾਰ ਨੂੰ ਕਰਮੇ ਨੂੰ ਉਸਦੀ ਭੈਣ ਫੜਾਉਂਦੇ ਹੋਏ ਕਹਿਣ ਲੱਗੀ, ਵੀਰੇ ਇਸ ਦਾ ਨਾਮ ਕਰਮਾ, ਨਾਲੇ ਧਿਆਨ ਨਾਲ ਫੜੀ, ਹਾਲੇ ਬਹੁਤ ਛੋਟਾ। ਜਗਤਾਰ ਕਰਮੇ ਨੂੰ ਫੜ ਕੇ ਛਿੰਦੋ ਨੂੰ ਕਹਿਣ ਲੱਗਾ, ਉਹ ਪਤਾ ਮੈਨੂੰ ਬੇਬੇ ਤੂੰ ਵੀ ਕਿੰਨੀ ਕੁ ਹੀ ਹੁੰਦੀ ਸੀ ਜਦ ਮੈਂ ਤੈਨੂੰ ਆਪਣੀ ਗੋਦੀ 'ਚ ਖੜਾਉਂਦਾ ਹੁੰਦਾ ਸੀ। ਹੁਣ ਦੇਖ ਥੋੜੀ ਜਿਹੀ ਵੱਡੀ ਹੋ ਗਈ ਤਾਂ ਆਪਣੇ ਵੀਰੇ ਨੂੰ ਦੱਸ ਰਹੀ ਆ ਕਿ ਜਵਾਕ ਕਿੱਦਾਂ ਫੜੀ ਦੇ ਹੁੰਦੇ ਆ। ਛਿੰਦੋ, ਲੈ ਵੀਰੇ ਮੈਂ ਤਾਂ ਐਵੇਂ ਹੀ ਕਹਿ ਰਹੀ ਸੀ। ਜਗਤਾਰ, ਉਹ ਮੈਂ ਵੀ ਤਾਂ ਮਜ਼ਾਕ ਹੀ ਕਰ ਰਿਹਾ ਸੀ। ਫਿਰ ਕੁਝ ਦੇਰ ਜਵਾਕ ਨਾਲ ਖੇਡਣ ਤੋਂ ਬਾਅਦ ਉਹ ਕਹਿਣ ਲੱਗਾ, ਆ ਫੜ ਛਿੰਦੋ ਤੂੰ ਆਪਣੇ ਛੋਟੇ ਭਰਾ ਨੂੰ, ਮੈਂ ਖੇਤ ਜਾਵਾਂ ਹਾਂ, ਤੂੰ ਕੁਝ ਦੇਰ ਤੱਕ ਖੇਤ ਆ ਕੇ ਕੋਈ ਸਬਜ਼ੀ ਲੈ ਜਾਈਂ ਸ਼ਾਮ ਨੂੰ ਬਣਾਉਣ ਲਈ। ਫਿਰ ਜਗਤਾਰ ਕਰਮੇ ਨੂੰ ਛਿੰਦੋ ਕੋਲ ਫੜਾ ਕੇ ਆਪਣੇ ਖੇਤ ਨੂੰ ਵਾਪਸ ਚਲਾ ਗਿਆ। ਦੁਪਹਿਰੋਂ 2:30 ਵਜੇ ਬਾਅਦ ਜਦ ਤੇਜੋ ਦੇ ਪੁੱਤ ਧਰਮਪਾਲ ਸਕੂਲੋਂ ਪੜ੍ਹ ਕੇ ਘਰ ਆਇਆ ਤਾਂ ਉਹ ਵੀ ਜਗਤਾਰ ਵਾਂਗੂ ਆਪਣੇ ਘਰ ਵਿੱਚ ਕਿਸੇ ਬੱਚੇ ਨੂੰ ਦੇਖ ਕੇ ਉਸ ਦੇ ਬਾਰੇ ਪੁੱਛਣ ਲੱਗਾ। ਉਸ ਦੀ ਬੇਬੇ ਨੇ ਉਸ ਨੂੰ ਗੱਲ ਦੱਸੀ ਤੇ ਫੇਰ ਖਾਣ ਨੂੰ ਰੋਟੀ ਦਿੱਤੀ। ਸ਼ਾਮ ਨੂੰ ਜਦੋਂ ਮੇਜਰ ਜਦ ਘਰ ਆਇਆ ਤਾਂ ਫੇਰ ਰਾਤ ਦਾ ਰੋਟੀ ਪਾਣੀ ਖਾ ਕੇ ਉਹ ਸਾਰੇ ਵਿਹਲੇ ਹੋ ਗਏ ਤਾਂ ਉਹ ਆਪਣੇ ਸਾਰੇ ਪਰਿਵਾਰ ਨੂੰ ਕੋਲ ਬਿਠਾ ਕੇ ਕਹਿਣ ਲੱਗਾ, ਦੇਖੋ ਮੇਰੇ ਬੱਚਿਓ, ਮੈਂ ਜਾਣਦਾ ਹਾਂ ਕਿ ਜਦ ਧੀ ਪੁੱਤ ਬਰਾਬਰ ਦੇ ਹੋ ਜਾਣ ਨਾ ਤਾਂ ਮਾਂ ਪਿਓ ਨੂੰ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਆ। ਪਰ ਉਸ ਵੇਲੇ ਮੈਨੂੰ ਜੋ ਸਹੀ ਲੱਗਿਆ ਮੈਂ ਤਾਂ ਉਹੀ ਕੀਤਾ, ਕਹਿ ਕੇ ਫੇਰ ਉਸਨੇ ਸਾਰੀ ਗੱਲ ਆਪਣੇ ਬੱਚਿਆਂ ਨੂੰ ਦੱਸੀ। ਤੇ ਉਸ ਤੋਂ ਬਾਅਦ ਉਸ ਦਾ ਵੱਡਾ ਮੁੰਡਾ ਜਗਤਾਰ ਕਹਿਣ ਲੱਗਾ, ਲੈ ਬਾਪੂ ਜੀ ਇੰਨਾ ਵਧੀਆ ਤੁਸੀਂ ਕੰਮ ਕੀਤਾ, ਫੇਰ ਕੀ ਹੋ ਗਿਆ ਜੇ ਸਾਨੂੰ ਪੁੱਛਿਆ ਜਾਂ ਦੱਸਿਆ ਨਹੀਂ? ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਆ? ਨਾਲੇ ਤੁਸੀਂ ਆਪੇ ਹੀ ਤਾਂ ਕਹਿੰਦੇ ਹੋ ਇਸ ਧਰਤੀ ਤੇ ਹਰ ਕੋਈ ਆਪਣੇ ਕਰਮਾਂ ਦਾ ਦਿੱਤਾ ਹੀ ਖਾਂਦਾ ਏ, ਕਿਸੇ ਦੇ ਲੇਖਾਂ ਦਾ ਲਿਖਿਆ ਦਾਣਾ ਪਾਣੀ ਕੋਈ ਖੋ ਨਹੀਂ ਸਕਦਾ। ਇਸ ਬੱਚੇ ਦਾ ਲੇਖਾਂ 'ਚ ਸਾਡੇ ਘਰ ਦਾ ਦਾਣਾ ਪਾਣੀ ਲਿਖਿਆ ਸੀ, ਸੋ ਇਹ ਸਾਡੇ ਕੋਲ ਆ ਗਿਆ। ਤੁਸੀਂ ਜੋ ਇਸ ਬੱਚੇ ਬਾਰੇ ਸਾਨੂੰ ਦੱਸਿਆ ਹੈ ਉਹ ਗੱਲਾਂ ਸਾਡੇ ਪਰਿਵਾਰ ਵਿੱਚ ਹੀ ਰਹਿਣਗੀਆਂ, ਕਿਸੇ ਬਾਹਰ ਵਾਲੇ ਕੋਲ ਨਹੀਂ ਜਾਣਗੀਆਂ। ਫਿਰ ਉਸ ਦਾ ਬਾਪੂ ਕਹਿਣ ਲੱਗਾ, ਚਲੋ ਚੰਗਾ ਫਿਰ ਪੁੱਤ, ਤੂੰ ਵੀ ਹੁਣ ਜਾ ਕੇ ਭੋਰਾ ਆਰਾਮ ਕਰ ਲੈ, ਸਾਰਾ ਦਿਨ ਖੇਤੀ ਕੰਮ ਕਰਦਾ ਥੱਕ ਜਾਂਦਾ ਹੋਵੇਂਗਾ, ਰਾਤ ਬਹੁਤ ਹੋ ਗਈ ਹੈ। ਚਲੋ ਫਿਰ ਤੁਸੀਂ ਵੀ ਛਿੰਦੋ ਤੇ ਧਰਮੇ ਪੁੱਤ ਜਾਓ, ਆਪਣਾ ਜਾ ਕੇ ਸੌ ਜਾਓ। ਇਦਾਂ ਹੀ ਫਿਰ ਸੁੱਖੀ ਸਾਂਦੀ ਹੌਲੀ ਹੌਲੀ ਦਿਨ ਮਹੀਨੇ ਬੀਤਣ ਲੱਗੇ। ਪਰ ਉਹ ਕਹਿੰਦੇ ਆ ਨਾ, ਤੁਸੀਂ ਸੰਸਾਰ 'ਚ ਭਾਵੇਂ ਕਿਤੇ ਵੀ ਚਲੇ ਜਾਵੋ ਪਰ ਹਰ ਗਲੀ ਹਰ ਮੁਹੱਲੇ 'ਚ ਇੱਕ ਅੱਧਾ ਇਹੋ ਜਿਹਾ ਇਨਸਾਨ ਜ਼ਰੂਰ ਹੁੰਦਾ ਜਿਸ ਨੂੰ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਦੂਜਿਆਂ ਦੇ ਘਰਾਂ 'ਚ ਤਾਕ ਚਾਕ ਕਰਨੇ ਦੀ ਆਦਤ ਹੋਵੇ। ਕੁਝ ਇਹੋ ਜਿਹੀ ਹੀ ਸੀ ਜਗਤਾਰ ਹੁਣਾਂ ਦੀ ਤਾਈ ਦੀਸ਼ੋ। ਸਿਰਫ ਇੱਕ ਮੁੰਡੇ ਦੀ ਚਾਹ 'ਚ ਹੁਣ ਤੱਕ ਉਸਦੇ ਘਰ 'ਚ 4 ਕੁੜੀਆਂ ਹੋ ਚੁੱਕੀਆਂ ਸੀ। ਆਪਣੇ ਕੋਈ ਮੁੰਡਾ ਨਾ ਹੋਣ ਕਰਕੇ ਹੁਣ ਤਾਂ ਉਸਦਾ ਘਰ ਵਾਲਾ ਵੀ ਹੁਣ ਸ਼ਰਾਬ ਪੀ ਕੇ ਅਕਸਰ ਉਸ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ ਤੇ ਸੱਸ ਹਮੇਸ਼ਾ ਹੀ ਬੰਜਰ ਜ਼ਮੀਨ ਹੋਰ ਪਤਾ ਨਹੀਂ ਕੀ ਕਹਿ ਕੇ ਉਸ ਨੂੰ ਗੱਲ ਤੇ ਤਾਨੇ ਮਿਹਣੇ ਮਾਰਦੀ ਰਹਿੰਦੀ ਸੀ। ਵੈਸੇ ਦੀਸ਼ੋ ਸ਼ੁਰੂ ਤੋਂ ਹੀ ਇਦਾਂ ਦੀ ਨਹੀਂ ਸੀ, ਪਰ ਆਪਣੇ ਸਹੁਰੇ ਘਰ 'ਚ ਘਰ ਵਾਲੇ ਦੀਆਂ ਗਾਲਾਂ ਤੇ ਸਭ ਦੇ ਚੰਗੇ ਮਾੜੇ ਬੋਲ ਸਹਿੰਦੀ ਹੋਈ ਦੀਸ਼ੋ ਵੀ ਕਦੋਂ ਉਹਨਾਂ ਵਰਗੀ ਸਿਰੇ ਦੀ ਚੁਗਲੋ ਤੇ ਨਿਰਮੋਹੀ ਜਿਹੀ ਬਣ ਗਈ।
ਉਸ ਨੂੰ ਤਾਂ ਆਪ ਵੀ ਪਤਾ ਹੀ ਨਾ ਚੱਲਿਆ ਕਿ ਉਧਰ ਮੇਜਰ ਦੇ ਘਰ ਵਿੱਚ ਇੱਕ ਹੋਰ ਨਵਾਂ ਆਇਆ ਬੱਚਾ ਦੇਖ ਹੁਣ ਉਸਦੇ ਕਾਲਜੇ 'ਚ ਤਾਂ ਅੱਗ ਲੱਗ ਗਈ ਹੋਈ ਸੀ ਕਿ ਮੇਰੇ ਨਾਲ ਪਤਾ ਨਹੀਂ ਰੱਬ ਦਾ ਕੀ ਵੈਰ ਆ ਜੋ ਇਹਨਾਂ ਦੇ ਘਰ ਰੱਬ ਮੁੰਡੇ ਤੇ ਮੁੰਡਾ ਭੇਜੀ ਜਾਂਦਾ ਤੇ ਮੇਰੀ ਵਾਰੀ ਕੁੜੀਆਂ ਦੀਆਂ ਲਾਈਨਾਂ ਲਗਾਈਆਂ ਹੋਈਆਂ। ਖੈਰ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਕਰਮਾ ਵੀ ਹੁਣ ਤੁਰਨ ਫਿਰਨ ਲੱਗ ਪਿਆ ਸੀ। ਘਰ ਵਿੱਚ ਹਰ ਕੋਈ ਉਸ ਨਾਲ ਬਹੁਤ ਪਿਆਰ ਕਰਦਾ ਸੀ ਕਿਉਂਕਿ ਛੋਟਾ ਹੋਣ ਕਰਕੇ ਹੁਣ ਉਹ ਸਭ ਦਾ ਲਾਡਲਾ ਜੋ ਬਣ ਗਿਆ ਸੀ। ਫਿਰ ਕੁਝ ਸਾਲਾਂ ਬਾਅਦ ਜਦ ਜਗਤਾਰ ਦਾ ਵਿਆਹ ਕੀਤਾ ਤਾਂ ਉਸ ਦੀ ਨੂੰਹ ਨਸੀਬ ਕੌਰ ਵਿਆਹ ਕੇ ਘਰ ਵਿੱਚ ਆਈ। ਜਦ ਕਰਮੇ ਦੀ ਸਕੂਲ ਜਾਣ ਦੀ ਉਮਰ ਹੋਈ ਤਾਂ ਆਪਣੇ ਬਾਕੀ ਬੱਚਿਆਂ ਵਾਂਗੂ ਮੇਜਰ ਨੇ ਕਰਮੇ ਨੂੰ ਪੜ੍ਹਨ ਲਈ ਪਿੰਡ ਵਾਲੇ ਸਕੂਲ ਭੇਜਿਆ। ਫਿਰ ਹੌਲੀ ਹੌਲੀ ਐਵੇਂ ਹੀ ਸਾਲ ਬੀਤਣ ਲੱਗੇ। ਕਰਮਾ ਪੜ੍ਹਾਈ ਲਿਖਾਈ 'ਚ ਚੰਗਾ ਹੋਣ ਕਰਕੇ ਹਰ ਸਾਲ ਆਪਣੇ ਸਕੂਲ 'ਚ ਪਹਿਲੇ ਨੰਬਰ ਤੇ ਆਉਂਦਾ ਸੀ। ਕੁਝ ਦਿਨ ਪਹਿਲਾਂ ਹੀ ਕਰਮੇ ਹੁਣਾਂ ਦੇ ਪਿੰਡ ਦੇ ਬਾਹਰ ਫੌਜੀਆਂ ਨੇ ਟ੍ਰੇਨਿੰਗ ਲਈ ਆਪਣਾ ਕੈਂਪ ਲਗਾਇਆ ਸੀ। ਕਰਮਾ ਰੋਜ਼ ਆਪਣੇ ਸਕੂਲ ਨੂੰ ਜਾਂਦੇ ਹੋਏ ਰਾਸਤੇ 'ਚ ਫੌਜੀਆਂ ਦੇ ਕੈਂਪ ਦੇ ਬਾਹਰ ਖੜ ਕੇ ਉਹਨਾਂ ਦੀਆਂ ਗੱਡੀਆਂ ਤੇ ਹੋ ਰਹੀ ਟ੍ਰੇਨਿੰਗ ਨੂੰ ਦੇਖਣ ਲੱਗ ਜਾਂਦਾ ਹੁੰਦਾ ਸੀ। ਕਦੇ ਕਦਾਈ ਤਾਂ ਫੌਜੀਆਂ ਦੇ ਕੈਂਪ 'ਚੋਂ ਆਪਣੇ ਦੋਸਤਾਂ ਨਾਲ ਚੋਰੀ ਛੁਪੇ ਚਲਾ ਵੀ ਜਾਂਦਾ ਹੁੰਦਾ ਸੀ ਜਿੱਥੇ ਫਿਰ ਉਹਨਾਂ ਨੂੰ ਫੜੇ ਜਾਣ ਤੇ ਖਾਣ ਪੀਣ ਨੂੰ ਫਰੀ 'ਚ ਕਿੰਨਾ ਕੁਝ ਮਿਲਦਾ ਹੁੰਦਾ ਸੀ। 5ਵੀਂ ਕਲਾਸ ਤੱਕ ਆਉਂਦੇ ਆਉਂਦੇ ਉਸ ਦਾ ਸੁਪਨਾ ਵੀ ਪੜ੍ਹ ਲਿਖ ਕੇ ਫੌਜੀ ਬਣਨ ਦਾ ਹੋ ਗਿਆ। ਇੱਧਰ ਹੁਣ ਤੱਕ ਜਗਤਾਰ ਵੀ 2 ਪੁੱਤਾਂ ਦਾ ਪਿਓ ਬਣ ਚੁੱਕਾ ਸੀ। ਦੇਬੋ ਦੀ ਉਮਰ ਜ਼ਿਆਦਾ ਹੋਣ ਕਰਕੇ ਉਹ ਹੁਣ ਸਾਰਾ ਦਿਨ ਆਪਣੇ ਪੋਤਿਆਂ ਨਾਲ ਹੀ ਮੰਜੇ ਤੇ ਬੈਠੀ ਖੇਡਦੀ ਰਹਿੰਦੀ ਸੀ। ਨਸੀਬੋ ਦਿਸ਼ੋ ਤਾਈ ਹੁਣਾਂ ਨਾਲ ਕਿਸੇ ਰਿਸ਼ਤੇਦਾਰੀ 'ਚੋਂ ਹੋਣ ਕਰਕੇ ਉਹ ਆਪਣਾ ਕੰਮਕਾਰ ਨਿਬੇੜ ਕੇ ਅਕਸਰ ਹੀ ਆਪਣੇ ਘਰ ਆਈ ਆਪਣੀ ਦਿਸ਼ੋ ਤਾਈ ਕੋਲ ਬੈਠੀ ਰਹਿੰਦੀ ਸੀ। ਦਿਸ਼ੋ ਦਾ ਪਹਿਲਾਂ ਤੋਂ ਹੀ ਮੇਜਰ ਦਾ ਹੱਸਦਾ ਵਸਦਾ ਘਰ ਦੇਖ ਕੇ ਸੜਦੀ ਰਹਿੰਦੀ ਸੀ ਪਰ ਹੁਣ ਨਸੀਬੋ ਦੇ ਘਰ ਵਿੱਚ ਆਉਣ ਨਾਲ ਉਹ ਇਹ ਗੱਲ ਜਾਣਦੀ ਸੀ ਕਿ ਜੇ ਇਸ ਘਰ ਵਿੱਚ ਕਲੇਸ਼ ਪਾਉਣਾ ਤਾਂ ਨਸੀਬੋ ਨੂੰ ਮੈਂ ਆਸਾਨੀ ਨਾਲ ਆਪਣੇ ਹੱਥਾਂ 'ਚ ਕਰਕੇ ਇਹਨਾਂ ਸਭ ਭਰਾਵਾਂ ਨੂੰ ਵੰਡ ਸਕਦੀ ਆ। ਪਰ ਜਦ ਤੱਕ ਜਗਤਾਰ ਦੇ ਬੇਬੇ ਬਾਪੂ ਬੈਠੇ ਸੀ ਇਹ ਸਭ ਕੁਝ ਤਾਂ ਇੰਨੀ ਆਸਾਨੀ ਨਾਲ ਹੋਣੋਂ ਰਿਹਾ। ਪਰ ਉਹ ਕਹਿੰਦੇ ਆ ਨਾ ਕਿ ਜੋ ਕਿਸਮਤ ਨੂੰ ਮਨਜ਼ੂਰ ਹੋਵੇ ਹੁੰਦਾ ਤਾਂ ਉਹੀ ਆ ਨਾ। ਬੰਦਾ ਤਾਂ ਭਾਵੇਂ ਬਹੁਤ ਕੁਝ ਸੋਚਦਾ। ਇੱਕ ਦਿਨ ਮੇਜਰ ਆਪਣੀ ਘਰਵਾਲੀ ਦੇ ਨਾਲ ਸਕੂਟਰ ਤੇ ਸ਼ਹਿਰੋਂ ਕੁਝ ਸਮਾਨ ਲੈਣ ਗਿਆ ਸੀ। ਉਹਨਾਂ ਨੂੰ ਵਾਪਸ ਆਉਂਦਿਆਂ ਨੂੰ ਕੁਵੇਲਾ ਹੋ ਗਿਆ ਸੀ ਜਿਸ ਕਰਕੇ ਧੁੰਦ ਜ਼ਿਆਦਾ ਪਈ ਹੋਈ ਸੀ। ਉਹ ਤਾਂ ਆਪਣਾ ਹੌਲੀ ਹੌਲੀ ਇੱਕ ਸਾਈਡ ਤੇ ਚਲੇ ਆ ਰਹੇ ਸਨ ਪਰ ਅਚਾਨਕ ਸਾਹਮਣੇ ਉਹ ਇੱਕ ਤੇਜ਼ ਰਫ਼ਤਾਰ ਨਾਲ ਟਰੱਕ ਆ ਰਿਹਾ ਸੀ ਜੋ ਆਪਣਾ ਸੰਤੁਲਨ ਖੋ ਬੈਠਾ ਸੀ ਤੇ ਉਹ ਮੇਜਰ ਹੁਣਾਂ ਨੂੰ ਆਪਣੇ ਨਾਲ ਹੀ ਧੂ ਕੇ ਲੈ ਗਿਆ। ਜਦ ਤੱਕ ਉਹਨਾਂ ਦੇ ਪਿੰਡ ਇਸ ਐਕਸੀਡੈਂਟ ਦਾ ਪਤਾ ਲੱਗਾ ਉਦੋਂ ਤੱਕ ਤਾਂ ਸਭ ਕੁਝ ਖਤਮ ਹੋ ਚੁੱਕਾ ਸੀ। ਜਗਤਾਰ ਆਪਣੇ ਭਰਾ ਨੂੰ ਲੈ ਕੇ ਜਦ ਦੁਰਘਟਨਾ ਵਾਲੀ ਥਾਂ ਤੇ ਪਹੁੰਚਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਸ ਦੇ ਮਾਂ-ਪਿਓ ਦੀਆਂ ਲਾਸ਼ਾਂ ਕੱਪੜੇ ਨਾਲ ਪੁਲਿਸ ਨੇ ਢੱਕੀਆਂ ਹੋਈਆਂ ਸਨ। ਪੁਲਿਸ ਵਾਲਿਆਂ ਨੇ ਆਪਣੀ ਸਾਰੀ ਕਾਰਵਾਈ ਪੂਰੀ ਕਰਕੇ ਅਗਲੇ ਦਿਨ ਜਗਤਾਰ ਦੇ ਬੇਬੇ ਬਾਪੂ ਦੀਆਂ ਮ੍ਰਿਤਕ ਦੇਹਾਂ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ। ਜਗਤਾਰ ਹੁਣਾਂ ਨੇ ਆਪਣੇ ਬੇਬੇ ਬਾਪੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਭੋਗ ਵੀ ਪਾ ਦਿੱਤਾ। ਇਦਾਂ ਹੀ ਕਰਦੇ ਹੋਏ ਹੌਲੀ ਹੌਲੀ ਦਿਨ ਮਹੀਨੇ ਬੀਤਣ ਲੱਗੇ। ਕਰਮਾ ਵੀ ਆਪਣੇ ਬੇਬੇ ਬਾਪੂ ਦੇ ਜਾਣ ਮਗਰੋਂ ਅਕਸਰ ਚੁੱਪ ਰਹਿਣ ਲੱਗ ਗਿਆ ਸੀ। ਸਿਆਣੇ ਸਾਚੀ ਕਹਿੰਦੇ ਕਿ ਬੰਦੇ ਦੇ ਚਾਚੇ ਚਾਚੀਆਂ ਚਾਹੇ ਲੱਖ ਦਰਜੇ ਹੀ ਚੰਗੇ ਕਿਉਂ ਨਾ ਹੋਣ ਪਰ ਮਾਂ ਪਿਓ ਤਾਂ ਮਾਂ ਪਿਓ ਹੀ ਹੁੰਦੇ ਆ। ਫਿਰ ਵੀ ਕਈ ਵਾਰੀ ਇਹ ਸਕੇ ਚਾਚੇ ਤਾਏ ਉੱਪਰੋਂ ਮੂੰਹ ਦੇ ਮਿੱਠੇ ਬਣ ਕੇ ਨਾ ਇੱਕੋ ਮਾਂ ਜਾਏ ਸਕੇ ਭੈਣ ਭਾਈਆਂ 'ਚ ਵੀ ਸ਼ਰੀਕਾ ਪਾ ਦਿੰਦੇ ਆ। ਮੇਜਰ ਸਿੰਘ ਦੇ ਜਾਣ ਮਗਰੋਂ ਉਸ ਦੀ ਭਰਜਾਈ ਦਿਸ਼ੋ ਵੀ ਕੁਝ ਇਹੋ ਜਿਹਾ ਹੀ ਸੋਚ ਰਹੀ ਜਿਸ ਦਾ ਕਾਰਨ ਸੀ ਮੇਜਰ ਸਿੰਘ ਦਾ ਚੰਗਾ ਘਰ-ਬਾਰ ਤੇ ਵਧੀਆ ਖੇਤੀਬਾੜੀ। ਉੱਤੋਂ ਮੇਜਰ ਦੇ ਕਰਮੇ ਤੋਂ ਬਿਨਾਂ 3 ਮੁੰਡੇ ਤੇ ਇੱਕ ਕੁੜੀ ਜੋ ਕਿ ਸਾਰੇ ਹੀ ਬਹੁਤ ਮਿਹਨਤੀ ਸਨ। ਸ਼ਰੀਕਾਂ ਨੇ ਤਾਂ ਬਹੁਤ ਜ਼ੋਰ ਲਾਇਆ ਕਿ ਇਹਨਾਂ ਦੇ ਮਾਪਿਓ ਤਾਂ ਹੁਣ ਤੁਰ ਗਏ ਹਨ ਤਾਂ ਕਿਉਂ ਨਾ ਹੁਣ ਲੜਾ ਕੇ ਇਹਨਾਂ ਨੂੰ ਅਲੱਗ ਕੀਤਾ ਜਾਵੇ। ਪਰ ਸਭ ਤੋਂ ਵੱਡੇ ਮੁੰਡੇ ਜਗਤਾਰ ਦੀ ਸਮਝਦਾਰੀ ਕਰਕੇ ਜਦ ਉਹ ਆਪਣੀ ਕਿਸੇ ਵੀ ਚਾਲ 'ਚ ਕਾਮਯਾਬ ਨਾ ਹੋਇਆ ਤਾਂ ਫਿਰ ਦਿਸ਼ੋ ਨੇ ਜਗਤਾਰ ਦੀ ਘਰਵਾਲੀ ਨਸੀਬੋ ਨੂੰ ਕਰਮੇ ਖਿਲਾਫ ਗੱਲਾਂ 'ਚ
ਭੜਕਾਉਣਾ ਸ਼ੁਰੂ ਕਰ ਦਿੱਤਾ, ਇਹ ਕਹਿ ਕੇ ਕਿ ਨਾ ਅੱਜ ਤਾਂ ਤੁਸੀਂ ਇਸ ਕਰਮੇ ਨੂੰ ਇੰਨਾ ਪੜ੍ਹਾਈ ਲਿਖਾਈ ਜਾ ਰਹੇ ਹੋ, ਇਹ ਕਿਹੜਾ ਤੁਹਾਡਾ ਸਕਾ, ਦੇਖੀ ਕਿਤੇ ਵੱਡਾ ਹੋ ਕੇ ਇਹ ਤੇਰੇ ਆਪਣੇ ਪੁੱਤਾਂ ਦਾ ਹੱਕ ਹੀ ਨਾ ਖਾ ਜਾਵੇ। ਨਸੀਬੋ ਆਪਣੀ ਤਾਈ ਦੀ ਗੱਲ ਤਾਂ ਸੁਣਦੀ ਪਰ ਜ਼ਿਆਦਾ ਗੌਰ ਨਾ ਕਰਦੀ। ਜਗਤਾਰ ਆਪਣੀ ਤਾਈ ਦੀ ਨੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਕਰਕੇ ਉਹ ਤਾਈ ਨੂੰ ਆਪਣੇ ਘਰ ਘੱਟ ਹੀ ਆਉਣ ਦਿੰਦਾ ਹੁੰਦਾ ਸੀ। ਪਰ ਜਦ ਵੀ ਕਦੇ ਤਾਈ ਅੰਦਰ ਜਾਂ ਬਾਹਰ ਨਸੀਬੋ ਦੇ ਮੂੰਹ ਮੱਥੇ ਲੱਗਦੀ ਸੀ ਤਾਂ ਤਾਈ ਨੇ ਤਾਂ ਗੱਲਾਂ-ਗੱਲਾਂ 'ਚ ਇਹੀ ਕਰਮੇ ਦੀ ਸੋਤੇਲਾ ਹੋਣ ਦੀ ਗੱਲ ਹਮੇਸ਼ਾ ਹੀ ਨਸੀਬੋ ਨੂੰ ਕਹਿਣੀ। ਉਹ ਕਹਿੰਦੇ ਆ ਨਾ, ਬੰਦਾ ਭਾਵੇਂ ਆਪ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਪਰ ਜਦ ਗੱਲ ਉਸ ਦੀ ਔਲਾਦ ਤੇ ਭਵਿੱਖ ਤੇ ਆ ਜਾਂਦੀ ਹੈ ਨਾ, ਤਾਂ ਉਹ ਨਾ ਚਾਹੁੰਦੇ ਹੋਏ ਵੀ ਸਵਾਰਥੀ ਤੇ ਲਾਲਚੀ ਵੀ ਹੋ ਜਾਂਦਾ ਹੈ। ਰੋਜ਼-ਰੋਜ਼ ਇੱਕੋ ਗੱਲ ਸੁਣਨ ਕਰਕੇ ਹੁਣ ਤਾਂ ਨਸੀਬੋ ਨੂੰ ਵੀ ਸੱਚੀ ਇਹੀ ਲੱਗਣ ਲੱਗ ਪਿਆ ਸੀ ਕਿ ਕਰਮਾ ਕਿਹੜਾ ਸਾਡਾ ਸਕਾ, ਕੀ ਪਤਾ ਖੌਰੇ ਕੌਣ ਆ, ਕਿਸ ਦਾ ਖੂਨ ਆ। ਅੱਜ ਤਾਂ ਅਸੀਂ ਤੁਹਾਨੂੰ ਪੜ੍ਹਾਈ ਜਾ ਰਹੇ ਆ, ਕੀ ਪਤਾ ਕੱਲ ਨੂੰ ਜੇ ਇਹ ਵੱਡਾ ਹੋ ਕੇ ਸੱਚੀ ਉਸਦੇ ਪੁੱਤਾਂ ਦਾ ਹੱਕ ਖਾ ਗਿਆ। ਤਾਈ ਦੀ ਆਖੀ ਜ਼ਮੀਨ ਦੀ ਵੰਡ ਵਾਲੀ ਗੱਲ ਹੁਣ ਨਸੀਬੋ ਦੇ ਦਿਲ ਤੇ ਲੱਗ ਗਈ ਸੀ ਕਿ ਉਸਦੇ ਪੁੱਤਰਾਂ ਦਾ ਹੱਕ ਉਹ ਕਿਸੇ ਲਵਾਰਿਸ ਦੇ ਨਾਲ ਕਿਉਂ ਵੰਡੇ। ਰੱਬ ਨਾ ਕਰੇ ਜੇ ਕੱਲ ਨੂੰ ਵੱਡਾ ਹੋ ਕੇ ਉਸਨੇ ਆਪਣਾ ਜ਼ਮੀਨ 'ਚੋਂ ਹਿੱਸਾ ਮੰਗ ਲਿਆ ਤਾਂ ਫਿਰ ਉਹ ਕੀ ਕਰਨਗੇ। ਉਧਰ ਜਦ ਵੀ ਕਦੇ ਜਗਤਾਰ ਨੇ ਬਾਹਰੋਂ ਕੁਝ ਖਾਣ ਨੂੰ ਲਿਆਉਣਾ ਤਾਂ ਸਭ ਤੋਂ ਜ਼ਿਆਦਾ ਹਿੱਸਾ ਉਸਨੇ ਕਰਮੇ ਨੂੰ ਦੇਣਾ ਤੇ ਫਿਰ ਆਪਣੇ ਬੱਚਿਆਂ ਨੂੰ। ਇਹ ਸਭ ਦੇਖ ਕੇ ਨਸੀਬੋ ਬੋਲਦੀ ਤਾਂ ਕੁਝ ਨਾ, ਪਰ ਦਿਸ਼ੋ ਤਾਈ ਦੀਆਂ ਗੱਲਾਂ ਹੌਲੀ-ਹੌਲੀ ਉਸਦੇ ਦਿਮਾਗ 'ਚ ਘਰ ਕਰਨ ਲੱਗੀਆਂ। ਇਸੇ ਸਭ ਦੇ ਚੱਲਦੇ ਹੀ ਫਿਰ ਨਸੀਬੋ ਨੇ ਪਹਿਲਾਂ ਤਾਂ ਆਪਣੇ ਘਰ ਵਾਲੇ ਨਾਲ ਲੜਾਈ ਕਰਕੇ ਕਰਮੇ ਦਾ ਸਕੂਲ ਜਾਣਾ ਬੰਦ ਕਰਵਾ ਦਿੱਤਾ। ਕਰਮੇ ਨੇ ਤਾਂ ਆਪਣੇ ਵੀਰੇ ਨੂੰ ਬਹੁਤ ਕਿਹਾ ਕਿ ਵੀਰੇ ਮੈਨੂੰ ਪੜ੍ਹਨਾ ਬਹੁਤ ਚੰਗਾ ਲੱਗਦਾ, ਮੈਂ ਪੜ੍ਹ ਲਿਖ ਕੇ ਵੱਡਾ ਅਫਸਰ ਬਣਨਾ। ਪਰ ਜਗਤਾਰ ਦੇ ਗੁੱਸੇ ਤੇ ਆਪਣੀ ਭਾਬੀ ਨਸੀਬੋ ਦੀ ਜਿੱਦ ਅੱਗੇ ਡਰਦਾ ਹੋਇਆ ਫਿਰ ਉਹ ਵੀ ਚੁੱਪ ਕਰ ਗਿਆ। ਉਧਰੋਂ ਤਾਈ ਦੀ ਨਸੀਬੋ ਦੇ ਦਿਲ ਵਿੱਚ ਲਾਈ ਨਫ਼ਰਤ ਅੱਗ ਇੱਥੇ ਹੀ ਸ਼ਾਂਤ ਨਹੀਂ ਹੋਈ। ਉਹ ਤਾਂ ਹੁਣ ਕਰਮੇ ਨੂੰ ਆਪਣੇ ਘਰੋਂ ਬਾਹਰ ਕੱਢਣ ਬਾਰੇ ਵੀ ਸੋਚ ਰਹੀ ਸੀ। ਕੁਝ ਦਿਨਾਂ ਬਾਅਦ ਇੱਕ ਦਿਨ ਸਵੇਰੇ ਜਦ ਜਗਤਾਰ ਨੇ ਨਸੀਬੋ ਨੂੰ ਖਾਦ ਲਿਆਉਣ ਲਈ ਡੇਅਰੀ ਤੋਂ ਦੁੱਧ ਦੇ ਪੈਸੇ ਲਿਆ ਕੇ ਫੜਾਏ ਤੇ ਕਹਿਣ ਲੱਗਾ ਕਿ ਉਹ ਹੁਣ ਖੇਤ ਜਾ ਰਿਹਾ ਹੈ ਤੇ ਦੁਪਹਿਰੋਂ ਬਾਅਦ ਕਰਮਾ ਆਏਗਾ, ਤੂੰ ਪੈਸੇ ਉਸ ਦੇ ਹੱਥ ਫੜਾ ਦੇਵੀਂ। ਆਪਣੇ ਘਰ ਵਾਲੇ ਦੇ ਜਾਣ ਤੋਂ ਬਾਅਦ ਨਸੀਬੋ ਉਹ ਪੈਸੇ ਚੌਂਕੇ 'ਚ ਹੀ ਰੱਖ ਕੇ ਆਪਣੇ ਕੰਮ ਧੰਦੇ 'ਚ ਐਸੀ ਰੁੱਝੀ ਕਿ ਉਹ ਪੈਸੇ ਚੱਕਣਾ ਹੀ ਭੁੱਲ ਗਈ। ਫਿਰ ਜਦ ਘੰਟੇ ਕੁ ਬਾਅਦ ਉਸ ਨੂੰ ਪੈਸਿਆਂ ਦਾ ਚੇਤਾ ਆਇਆ ਤਾਂ ਉਹ ਡੰਗਰਾਂ ਵਾਲੇ ਘਰੋਂ ਛੇਤੀ ਨਾਲ ਭੱਜਦੀ ਹੋਈ ਚੌਂਕੇ 'ਚ ਆਈ ਤਾਂ ਦੇਖਿਆ ਪੈਸੇ ਤਾਂ ਉੱਥੇ ਹੈ ਹੀ ਨਹੀਂ ਸੀ। ਉਹ ਤਾਂ ਕਦੋਂ ਦੇ ਚੁੱਲ੍ਹੇ ਦੀ ਅੱਗ ਨਾਲ ਸਵਾਹ ਬਣ ਚੁੱਕੇ ਸਨ। ਹੁਣ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਰੇ ਤਾਂ ਕੀ ਕਰੇ। ਉਹ ਜਗਤਾਰ ਦੇ ਗੁੱਸੇ ਨੂੰ ਜਾਣਦੀ ਸੀ ਕਿ ਉਹ ਉਸ ਨੂੰ ਬਹੁਤ ਮੰਦਾ ਚੰਗਾ ਬੋਲੇਗਾ ਜਾਂ ਹੋ ਸਕਦਾ ਕਿ ਕੁੱਟ ਮਾਰੇ ਵੀ। ਆਖਰ ਇੰਨੇ ਪੈਸੇ ਜੋ ਮੇਰੀ ਗਲਤੀ ਕਰਕੇ ਜਲ ਗਏ ਸਨ। ਫਿਰ ਉਸ ਦੇ ਮਨ ਵਿੱਚ ਆਪਣੇ ਪੁੱਤ ਨੂੰ ਕਰਮੇ ਨਾਲ ਵਿਹੜੇ 'ਚ ਬੰਟੇ ਖੇਡਦੇ ਹੋਏ ਦੇਖ ਕੇ ਇੱਕ ਸਕੀਮ ਆਈ। ਉਸ ਨੇ ਕਰਮੇ ਨੂੰ ਕੁਝ ਪੈਸੇ ਦੇ ਹੱਟੀ ਤੋਂ ਕੋਈ ਚੀਜ਼ ਲੈਣ ਭੇਜ ਦਿੱਤੀ ਤੇ ਫਿਰ ਆਪਣੇ ਪੁੱਤਾਂ ਨੂੰ ਕੋਲ ਬੁਲਾਇਆ ਤੇ ਉਹਨਾਂ ਨੂੰ ਕਹਿਣ ਲੱਗੀ, ਜਦ ਦੁਪਹਿਰੇ ਤੁਹਾਡਾ ਚਾਚਾ ਖੇਤੋਂ ਆਵੇਗਾ ਨਾ ਤਾਂ ਮੈਂ ਉਸ ਦੇ ਸਾਹਮਣੇ ਤੁਹਾਡੇ ਤੋਂ ਪੁੱਛਾਂਗੀ ਕਿ ਮੈਂ ਅਲਮਾਰੀ 'ਚ ਸਵੇਰੇ ਪੈਸੇ ਰੱਖੇ ਸੀ, ਤੁਸੀਂ ਦੋਵਾਂ ਨੇ ਕਿਤੇ ਤਾਂ ਨਹੀਂ ਲਏ। ਤਾਂ ਤੁਸੀਂ ਕਹਿਣਾ ਅਸੀਂ ਸਵੇਰੇ ਕਰਮੇ ਨੂੰ ਅੰਦਰੋਂ ਕਮਰੇ ਦੀ ਅਲਮਾਰੀ 'ਚੋਂ ਕੁਝ ਕੱਢਦੇ ਹੋਏ ਦੇਖਿਆ ਸੀ। ਨਸੀਬੋ ਦੇ ਦੋਵੇਂ ਪੁੱਤ ਝੱਟ ਆਪਣੀ ਬੇਬੇ ਦੀ ਗੱਲ ਮੰਨ ਗਏ। ਫਿਰ ਜਦ ਦੁਪਹਿਰ ਹੋਈ ਤਾਂ ਜਗਤਾਰ ਦਾ ਛੋਟਾ ਭਰਾ ਧਰਮਪਾਲ ਘਰ ਆਪਣੀ ਭਾਬੀ ਤੋਂ ਪੈਸੇ ਲੈਣ ਘਰ ਆਇਆ ਤਾਂ ਉਹ ਆਪਣੇ ਕਮਰੇ 'ਚ ਜਾ ਕੇ ਪੈਸੇ ਲੱਭਣ ਦਾ ਬਹਾਨਾ ਕਰਨ ਲੱਗੀ। ਪਰ ਜਦ ਉਸ ਨੂੰ ਪੈਸੇ ਕਿਤੇ ਵੀ ਨਾ ਲੱਭੇ ਤਾਂ ਉਹ ਬਾਹਰ ਆ ਕੇ ਧਰਮਪਾਲ ਨੂੰ ਕਹਿਣ ਲੱਗੀ, 1 ਮਿੰਟ ਦਿਓਰਾ, ਪੈਸੇ ਕਿਤੇ ਮਿਲ ਨਹੀਂ ਰਹੇ, ਮੈਨੂੰ ਜਵਾਕਾਂ ਨੂੰ ਪੁੱਛਣ ਦੇ, ਕਿਤੇ ਇਹਨਾਂ ਨੇ ਇੱਧਰ ਉੱਧਰ ਤਾਂ ਨਹੀਂ ਰੱਖ ਦਿੱਤੇ, ਕਿਉਂਕਿ ਉਹ ਸਵੇਰੇ ਕਮਰੇ 'ਚ ਖੇਡ ਰਹੇ ਸਨ। ਫਿਰ ਉਸਨੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਜਦ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਬੇਬੇ ਸਵੇਰੇ ਕਰਮਾ ਵੀਰੇ ਤੁਹਾਡੀ ਅਲਮਾਰੀ ਖੋਲ ਕੇ ਖੜਾ ਸੀ। ਇੰਨੀ ਗੱਲ ਸੁਣ ਕੇ ਨਸੀਬੋ ਗੁੱਸੇ 'ਚ ਕਰਮੇ ਨੂੰ ਜ਼ੋਰ-ਜ਼ੋਰ ਨਾਲ ਹਾਕਾਂ ਮਾਰਨ ਲੱਗੀ ਤਾਂ ਉਹ ਬਾਹਰੋਂ ਭੱਜਿਆ ਆਇਆ ਤੇ ਕਹਿਣ ਲੱਗਾ, ਭਾਬੀ ਕੀ ਹੋਇਆ? ਨਸੀਬੋ, ਸਭ ਕੁਝ ਕਰਕੇ ਤਾਂ ਤੂੰ ਹਾਲੇ ਵੀ ਪੁੱਛਦਾ ਏ ਕੀ ਹੋਇਆ? ਸਵੇਰੇ ਜਿਹੜੇ ਤੂੰ ਮੇਰੀ ਅਲਮਾਰੀ 'ਚੋਂ ਪੈਸੇ ਕੱਢੇ ਸੀ ਉਹ ਕਿੱਥੇ ਆ?
ਕਰਮਾ ਭਾਬੀ ਕਿਹੜੇ ਪੈਸੇ? ਮੈਂ ਕੋਈ ਪੈਸੇ ਨਹੀਂ ਕੱਢੇ, ਮੈਂ ਤਾਂ ਤੁਹਾਡੇ ਕਮਰੇ 'ਚ ਗਿਆ ਵੀ ਨਹੀਂ। ਭਾਬੀ ਅੱਛਾ, ਤਾਂ ਸਕੂਲ ਆਹੀ ਕੁਝ ਸਿੱਖਣ ਜਾਂਦਾ ਸੀ, ਹੁਣ ਤੂੰ ਝੂਠ ਵੀ ਬੋਲਣ ਲੱਗ ਪਿਆ ਏ। ਮੇਰੇ ਪੁੱਤਾਂ ਨੇ ਤੈਨੂੰ ਆਪਣੀ ਅੱਖੀ ਦੇਖਿਆ, ਤੂੰ ਸਵੇਰੇ ਅਲਮਾਰੀ 'ਚੋਂ ਕੁਝ ਕੱਢ ਰਿਹਾ ਸੀ। ਕਰਮਾ ਭਾਬੀ ਉਹ ਝੂਠ ਬੋਲ ਰਹੇ ਆ, ਮੈਂ ਤਾਂ ਕਿਸੇ ਪੈਸਿਆਂ ਬਾਰੇ ਜਾਣਦਾ ਵੀ ਨਹੀਂ। ਨਾਲੇ ਮੈਂ ਆਪਣੇ ਘਰ ਵਿੱਚ ਚੋਰੀ ਕਿਉਂ ਕਰਾਂਗਾ? ਉਸ ਦੀ ਗੱਲ ਸੁਣ ਕੇ ਭਾਬੀ ਉਸ ਨੂੰ ਆੜੇ ਹੱਥੀਂ ਲੈਂਦੇ ਹੋਏ ਕਹਿਣ ਲੱਗੀ, ਵਾਹ ਬਾਈ ਤੇਰੇ, ਨਾਲੇ ਚੋਰ ਤੇ ਨਾਲੇ ਚਤੁਰਾਈਆਂ। ਨਾ ਕਿਹੜਾ ਤੇਰਾ ਘਰ ਹੈ? ਤੇਰਾ ਕੋਈ ਘਰ ਨਹੀਂ ਹੈ, ਤੂੰ ਤਾਂ ਬਸ ਬਾਪੂ ਹੁਣਾਂ ਨੂੰ ਕਿਸੇ ਨਹਿਰ ਦੇ ਕਿਨਾਰੇ ਤੋਂ ਮਿਲਿਆ ਸੀ। ਪਤਾ ਨਹੀਂ ਤੂੰ ਕਿਸ ਦਾ ਗੰਦਾ ਖੂਨ ਆ। ਸਾਫ਼-ਸਾਫ਼ ਦੱਸ ਪੈਸੇ ਕਿੱਥੇ ਆ? ਨਹੀਂ, ਅੱਜ ਮੇਥੋਂ ਤੋਂ ਬੁਰਾ ਕੋਈ ਨਹੀਂ। ਆਪਣੀ ਭਾਬੀ ਦਾ ਗੁੱਸਾ ਦੇਖ ਕੇ ਕਰਮਾ ਰੋਂਦਾ ਹੋਇਆ ਕਹਿਣ ਲੱਗਾ, ਭਾਬੀ ਮੈਂ ਕੋਈ ਪੈਸੇ ਚੋਰੀ ਨਹੀਂ ਕੀਤੇ, ਉਹ ਅਮਨ ਹੁਣਾਂ ਨੇ ਹੀ ਖੇਡਦਿਆਂ ਹੋਇਆਂ ਕਿਤੇ ਇੱਧਰ ਉੱਧਰ ਰੱਖ ਦਿੱਤੇ ਹੋਣੇ ਆ। ਉਸ ਦੀ ਇੰਨੀ ਗੱਲ ਸੁਣ ਕੇ ਨਸੀਬੋ ਨੇ ਖਿੱਚ ਕੇ ਕਰਮੇ ਦੇ 3-4 ਚਪੇੜਾਂ ਮਾਰੀਆਂ। ਫਿਰ ਉਹ ਕਹਿਣ ਲੱਗੀ, ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਮੇਰੇ ਪੁੱਤਾਂ ਤੇ ਇਲਜ਼ਾਮ ਲਗਾਉਂਦੇ ਹੋਏ ਨੂੰ? ਨਾ ਮੇਰੇ ਹੱਥੋਂ ਰੋਟੀਆਂ ਖਾ ਕੇ ਮੇਰੇ ਹੀ ਜਵਾਕਾਂ ਨੂੰ ਬਦਨਾਮ ਕਰਦਾ ਏ। ਫਿਰ ਧਰਮਪਾਲ ਆਪਣੀ ਭਾਬੀ ਨੂੰ ਰੋਕਦੇ ਹੋਏ ਕਹਿਣ ਲੱਗਾ, ਭਾਬੀ ਕੀ ਕਰ ਰਹੀ ਐ? ਕਿਉਂ ਮਾਰ ਰਹੀ ਐ ਕਰਮੇ ਨੂੰ? ਉਹ ਵੀ ਤਾਂ ਜਵਾਕ ਹੀ ਆ, ਨਾਲੇ ਕਰਮੇ ਨੇ ਕੀ ਕਰਨੇ ਆ ਪੈਸੇ? ਕਰਮਾ ਇਦਾਂ ਦਾ ਨਹੀਂ ਹੈ, ਮੈਂ ਜਾਣਦਾ ਇਸ ਨੂੰ। ਜੇ ਉਸਨੇ ਕਿਹਾ ਕਿ ਉਸਨੇ ਪੈਸੇ ਬਾਰੇ ਨਹੀਂ ਪਤਾ ਤਾਂ ਮਤਲਬ ਨਹੀਂ ਪਤਾ। ਭਾਬੀ ਅੱਛਾ, ਤਾਂ ਫਿਰ ਤੇਰਾ ਮਤਲਬ ਹੈ ਕਿ ਮੇਰੇ ਜਵਾਕ ਝੂਠੇ ਨੇ? ਕਿਉਂ ਦਿਓਰਾ? ਧਰਮਪਾਲ ਨਹੀਂ ਭਾਬੀ, ਮੈਂ ਇਹ ਕਦੋਂ ਕਿਹਾ? ਤੁਸੀਂ ਛੱਡੋ ਪੈਸਿਆਂ ਨੂੰ, ਮੈਂ ਆਪੇ ਕਰ ਲਵਾਂਗਾ ਕੁਝ ਨਾ ਕੁਝ। ਇੰਨਾ ਕਹਿ ਕੇ ਉਹ ਰੋਂਦੇ ਹੋਏ ਕਰਮੇ ਨੂੰ ਆਪਣੇ ਨਾਲ ਘਰੋਂ ਬਾਹਰ ਲੈ ਗਿਆ। ਉਧਰ ਜਦ ਧਰਮਪਾਲ ਕਰਮੇ ਨੂੰ ਲੈ ਕੇ ਖੇਤ ਆਇਆ ਤਾਂ ਉਸਨੇ ਸਾਰੀ ਗੱਲ ਆਪਣੇ ਭਰਾ ਜਗਤਾਰ ਨੂੰ ਦੱਸੀ ਤਾਂ ਉਹ ਬਹੁਤ ਹੈਰਾਨ ਹੋਇਆ। ਨਹੀਂ ਕਿ ਘਰੋਂ ਪੈਸੇ ਹੀ ਗਾਇਬ ਹੋ ਗਏ ਹੁਣ, ਪਰ ਉਹ ਨਾਲ ਹੀ ਇਹ ਵੀ ਜਾਣਦਾ ਸੀ ਕਿ ਕਰਮੇ ਨੇ ਪੈਸੇ ਨਹੀਂ ਚੱਕੇ, ਸੋ ਇਸ ਕਰਕੇ ਉਸਨੇ ਕਰਮੇ ਤੋਂ ਕੋਈ ਸਵਾਲ ਨਾ ਪੁੱਛਿਆ। ਬਸ ਫਿਰ ਉਸੇ ਦਿਨ ਤੋਂ ਨਸੀਬੋ ਨੇ ਕਰਮੇ ਨਾਲ ਹਰ ਗੱਲ ਤੇ ਭੇਦਭਾਵ ਕਰਨਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਹੌਲੀ-ਹੌਲੀ ਦਿਨ ਬੀਤਣ ਲੱਗੇ ਤਾਂ ਉਵੇਂ ਹੀ ਹੁਣ ਜਗਤਾਰ ਦੇ ਘਰ ਦਾ ਕਲੇਸ਼ ਵੀ ਵਧਣ ਲੱਗਾ। ਜਗਤਾਰ ਨੇ ਤਾਂ ਬਹੁਤ ਕੋਸ਼ਿਸ਼ ਕੀਤੀ ਆਪਣੀ ਘਰਵਾਲੀ ਨੂੰ ਸਮਝਾਉਣ ਦੀ, ਪਰ ਸਭ ਬੇਕਾਰ। ਪਹਿਲਾਂ ਤਾਂ ਘਰ ਵਿੱਚ ਸੱਸ ਸਹੁਰਾ ਹੋਣ ਕਰਕੇ ਨਸੀਬੋ ਕੁਝ ਬੋਲਦੀ ਨਹੀਂ ਸੀ, ਹੁਣ ਘਰ ਵਿੱਚ ਕੋਈ ਸਿਆਣਾ ਨਾ ਹੋਣ ਕਰਕੇ ਉਹ ਕਿਸੇ ਦੀ ਵੀ ਕੋਈ ਵਾਧੂ ਘਾਟੂ ਗੱਲ ਸੁਣ ਕੇ ਰਾਜੀ ਹੀ ਨਹੀਂ ਸੀ। ਉਧਰ ਦਿਸ਼ੋ ਇਹ ਸਭ ਕੁਝ ਦੇਖ ਕੇ ਬਹੁਤ ਖੁਸ਼ ਸੀ, ਕਿਉਂਕਿ ਉਸ ਦੀਆਂ ਲਾਈਆਂ ਸਕੀਮਾਂ ਹੁਣ ਕੰਮ ਜੋ ਆ ਰਹੀਆਂ ਸਨ। ਇੱਕ ਦਿਨ ਪਿੰਡ 'ਚ ਕਿਸੇ ਦੇ ਘਰ ਵਿਆਹ ਸੀ ਤੇ ਦੁਪਹਿਰ ਵੇਲੇ ਜਗਤਾਰ ਹੁਣੀ ਵਿਆਹ ਵਾਲੇ ਘਰ 'ਚ ਬੈਠੇ ਸ਼ਰਾਬ ਪੀ ਰਹੇ ਸਨ ਤਾਂ ਉਸ ਦੀ ਸ਼ਰਾਬ ਪੀ ਕੇ ਬਿਸ਼ਨੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਾਂ ਉਸਨੇ ਗੱਲਾਂ-ਗੱਲਾਂ 'ਚ ਨਸੀਬੋ ਦੇ ਕਰਮੇ ਨਾਲ ਵਧੀਕੀਆਂ ਕਰਨ ਬਾਰੇ ਜਗਤਾਰ ਨੂੰ ਪੁੱਠਾ ਸਿੱਧਾ ਕਹਿ ਦਿੱਤਾ। ਜਗਤਾਰ ਨੇ ਸ਼ਰਾਬ ਦੇ ਨਸ਼ੇ 'ਚ ਬਿਸ਼ਨੇ ਨੂੰ ਗਾਲ ਕੱਢ ਦਿੱਤੀ ਤੇ ਉਸ ਨੂੰ ਆਪਣੇ ਘਰ ਦੇ ਮਸਲਿਆਂ ਤੋਂ ਦੂਰ ਰਹਿਣ ਲਈ ਆਖਿਆ। ਗੁੱਸੇ 'ਚ ਆ ਕੇ ਫਿਰ ਬਿਸ਼ਨਾ ਵੀ ਔਖਾ ਹੋ ਗਿਆ। ਇਸ ਤੋਂ ਪਹਿਲਾਂ ਕਿ ਗੱਲ ਹੱਥੋਂ ਪਾਈ ਤੱਕ ਪਹੁੰਚਦੀ, ਵਿਆਹ ਵਾਲੇ ਘਰ ਵਾਲਿਆਂ ਨੇ ਦੋਨਾਂ ਨੂੰ ਅੱਡੋ-ਅੱਡ ਕਰਕੇ ਜਗਤਾਰ ਨੂੰ ਆਪਣੇ ਘਰ ਨੂੰ ਭੇਜ ਦਿੱਤਾ। ਜਦ ਆਇਆ ਤਾਂ ਨਸੀਬੋ ਕਰਮੇ ਨੂੰ ਕਿਸੇ ਕੰਮ ਨੂੰ ਗਲਤ ਕਰਨ ਨੂੰ ਲੈ ਕੇ ਉਸ ਨੂੰ ਮੰਦਾ ਚੰਗਾ ਬੋਲਣ ਲੱਗੀ ਹੋਈ ਸੀ। ਫਿਰ ਗੁੱਸੇ 'ਚ ਉਸਦੇ ਸਾਹਮਣੇ ਹੀ ਕਰਮੇ ਦੇ ਚਪੇੜ ਮਾਰ ਦਿੱਤੀ। ਇਹ ਦੇਖ ਕੇ ਜਗਤਾਰ ਨੂੰ ਬਿਸ਼ਨੇ ਦੀ ਆਖੀ ਗੱਲ ਯਾਦ ਆ ਗਈ ਤੇ ਉਸਦਾ ਗੁੱਸਾ ਅਸਮਾਨੀ ਚੜ ਗਿਆ। ਫਿਰ ਉਹ ਨਸੀਬੋ ਦੇ ਕੋਲ ਗਿਆ ਤੇ ਉਸਦੇ ਖਿੱਚ ਕੇ 3-4 ਚਪੇੜਾਂ ਮਾਰ ਕੇ ਵਿਹੜੇ 'ਚ ਸੁੱਟ ਕੇ ਲੱਤਾਂ ਨਾਲ ਚੰਗੀ ਤਰ੍ਹਾਂ ਕੁੱਟੀ। ਫਿਰ ਉਸ ਨੂੰ ਗੁੱਸੇ 'ਚ ਗਾਲਾਂ ਕੱਢਦੇ ਹੋਏ ਆਪਣੇ ਘਰੋਂ ਨਿਕਲ ਜਾਣ ਨੂੰ ਕਹਿ ਦਿੱਤਾ। ਬਿਸ਼ਨੇ ਦਾ ਸਾਰਾ ਗੁੱਸਾ ਉਸਨੇ ਆਪਣੀ ਘਰਵਾਲੀ ਤੇ ਉਤਾਰ ਦਿੱਤਾ ਸੀ। ਨਸੀਬੋ ਨੇ ਰੋਂਦੀ ਹੋਈ ਨੇ ਉਸੇ ਵੇਲੇ ਆਪਣਾ ਸਮਾਨ ਝੋਲੇ 'ਚ ਪਾਇਆ ਤੇ ਹੁਣ ਵਾਪਸ ਸਹੁਰੇ ਘਰ ਵਾਪਸ ਨਾ ਆਉਣ ਦਾ ਕਹਿ ਕੇ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਆਪਣੇ ਪੇਕਿਆਂ ਨੂੰ ਤੁਰ ਗਈ। ਏਦਾਂ ਹੀ ਇੱਕ-ਇੱਕ ਕਰਕੇ ਦਿਨ ਬੀਤਣ ਲੱਗੇ। ਜਗਤਾਰ ਨੂੰ ਤਾਂ ਇਹ ਸੀ ਕਿ ਜਦ ਉਸਦਾ ਗੁੱਸਾ ਠੰਡਾ ਹੋ ਗਿਆ ਤਾਂ ਉਹ ਆਪੇ ਮੋੜ ਆਊ, ਪਰ ਉਹ ਵਾਪਸ ਨਾ ਆਈ। ਫਿਰ 3 ਕੁ ਹਫ਼ਤਿਆਂ ਬਾਅਦ ਆਪਣੇ ਮਾਪਿਆਂ ਦੇ ਸਮਝਾਉਣ ਤੇ ਨਸੀਬੋ ਆਪਣੇ ਸਹੁਰੇ ਘਰ ਆਉਣ ਨੂੰ ਤਿਆਰ ਹੋ ਗਈ। ਜਦ ਉਸਦੀ ਬੇਬੇ
ਨਸੀਬੋ ਨੂੰ ਨਾਲ ਲੈ ਕੇ ਉਸਦੇ ਸਹੁਰੇ ਘਰ ਛੱਡਣ ਚੱਲੀ ਸੀ ਤਾਂ ਉਸੇ ਵੇਲੇ ਦਿਸ਼ੋ ਉਹਨਾਂ ਦੇ ਘਰ ਆ ਗਈ। ਉਸਨੇ ਮਾਵਾਂ ਧੀਆਂ ਨੂੰ ਪਤਾ ਨਹੀਂ ਕਿਹੜੀ ਪੱਟੀ ਪੜਾਈ ਕਿ ਨਸੀਬੋ ਨੇ ਵਾਪਸ ਤਾਂ ਕੀ ਜਾਣਾ ਸੀ, ਬਲਕਿ ਕੁਝ ਦਿਨਾਂ ਬਾਅਦ ਜਦ ਆਪ ਹੀ ਜਗਤਾਰ ਨਸੀਬੋ ਲੈਣ ਆਇਆ ਤਾਂ ਉਸਨੇ ਪਿੰਡ ਜਾਣ ਤੋਂ ਸਾਫ਼ ਮਨਾ ਕਰਤਾ, ਇਹ ਕਹਿ ਕੇ ਜਾਂ ਹੁਣ ਉਸ ਘਰ 'ਚ ਮੈਂ ਰਹਾਂਗੀ ਜਾਂ ਉਹ ਤੁਹਾਡਾ ਮੂੰਹ ਬੋਲਿਆ ਭਰਾ ਕਰਮਾ। ਉਸ ਦੀ ਗੱਲ ਸੁਣ ਕੇ ਜਗਤਾਰ ਕਹਿਣ ਲੱਗਾ, ਲੈ ਨਸੀਬੋ, ਇਹ ਕੀ ਗੱਲ ਹੋਈ? ਇਹ ਕੀ ਬੱਚਿਆਂ ਵਾਲੀ ਜਿੱਦ ਫੜੀ ਆ? ਨਾ ਲੜਾਈ ਝਗੜੇ ਕਿਸ ਘਰ 'ਚ ਨਹੀਂ ਹੁੰਦੇ। ਹੁਣ ਇਸ ਦਾ ਮਤਲਬ ਇਹ ਥੋੜਾ ਕਿ ਅਸੀਂ ਆਪਣਾ ਗੁੱਸਾ ਕਿਸੇ ਬੇਕਸੂਰ ਤੇ ਉਤਾਰ ਦਈਏ। ਇਹ ਨਾਰਾਜ਼ਗੀ ਛੱਡ, ਦੇਖ ਲੈ ਮੈਂ ਆਪ ਚੱਲ ਕੇ ਤੈਨੂੰ ਲੈਣ ਆਇਆ, ਚੱਲ ਆਪਣੇ ਘਰ ਨੂੰ ਚੱਲੀਏ। ਨਸੀਬੋ, ਨਾ ਮੈਂ ਤਾਂ ਨਹੀਂ ਜਾਂਦੀ, ਮੈਨੂੰ ਪਤਾ ਉਸ ਦਿਨ ਕਿੱਦਾਂ ਤੁਸੀਂ ਲੱਤਾਂ ਨਾਲ ਜਾਨਵਰਾਂ ਵਾਂਗੂ ਤੁਸੀਂ ਕੁੱਟਿਆ। ਅੱਜ ਇੰਨੇ ਦਿਨਾਂ ਬਾਅਦ ਮੇਰਾ ਚੇਤਾ ਆਇਆ। ਤੁਸੀਂ ਜਾਓ ਤੇ ਜਾ ਕੇ ਆਪਣਾ ਉਹ ਭਰਾ ਦੇਖੋ। ਸਾਰਾ ਕੁਝ ਤਾਂ ਤੁਹਾਡਾ ਉਹੀ ਆ ਨਾ, ਸਾਡਾ ਕੀ ਹੈ? ਅਸੀਂ ਕਿਹੜਾ ਤੁਹਾਡੇ ਕੁਝ ਲੱਗਦੇ ਆ? ਜਗਤਾਰ, ਲੈ ਯਾਰ, ਉਹ ਜਵਾਕ ਕੱਲਾ ਭਲਾ ਕਿੱਥੇ ਜਾਵੇਗਾ? ਤੈਨੂੰ ਉਸ ਨਾਲ ਕੀ ਤਕਲੀਫ ਆ? ਨਾ ਕਦੇ ਤੈਨੂੰ ਉਹ ਅੱਧੀ ਨਾ ਸਾਰੀ ਕਹਿੰਦਾ ਹੈ। ਦੇਖ ਨਸੀਬੋ, ਬਾਪੂ ਜੀ ਹੁਣਾਂ ਤੋਂ ਬਾਅਦ ਹੁਣ ਅਸੀਂ ਹੀ ਆ ਉਸਦੇ ਮਾਂ ਪਿਓ। ਉਹ ਆਪਣੇ ਘਰ ਦਾ ਜੀ ਹੈ, ਕਰਮਾ ਕਿਤੇ ਨਹੀਂ ਜਾਏਗਾ। ਨਸੀਬੋ, ਨਾ ਤੈਨੂੰ ਹਮੇਸ਼ਾ ਆਪਣਾ ਉਹ ਸੁਤੇਲਾ ਭਰਾ ਹੀ ਨਜ਼ਰ ਆਉਂਦਾ ਹੈ? ਕਿਉਂ ਆਪਣੇ ਬੱਚੇ ਤੇ ਮੈਂ ਨਜ਼ਰ ਨਹੀਂ ਆਉਂਦੀ? ਮੈਂ ਤੁਹਾਨੂੰ ਹੁਣ ਕਿਵੇਂ ਸਮਝਾਵਾਂ? ਮੈਂ ਬਸ ਉਸ ਨੂੰ ਆਪਣੇ ਘਰ ਵਿੱਚ ਹੋਰ ਨਹੀਂ ਰੱਖ ਸਕਦੀ। ਜਗਤਾਰ, ਨਸੀਬੋ ਮੰਨਿਆ ਕਿ ਚਾਹੇ ਉਹ ਮੇਰਾ ਸਕਾ ਭਰਾ ਨਹੀਂ ਹੈ, ਪਰ ਮੈਨੂੰ ਉਹ ਸਕਿਆਂ ਨਾਲੋਂ ਵੀ ਵੱਧ ਹੈ। ਤੂੰ ਮੇਰੇ ਤੋਂ ਇੰਨਾ ਵੱਡਾ ਪਾਪ ਨਾ ਕਰਵਾ। ਨਸੀਬੋ, ਫਿਰ ਜਾਓ, ਤੁਸੀਂ ਵੀ ਆਪਣੇ ਉਸ ਸਕਿਆਂ ਨਾਲੋਂ ਵੱਧ ਕੇ ਭਰਾ ਦੇ ਨਾਲ ਹੀ ਰਹੋ। ਅਸੀਂ ਕੌਣ ਆ? ਕੁਝ ਵੀ ਨਹੀਂ। ਪਰ ਮੈਂ ਇੱਕ ਗੱਲ ਤੁਹਾਨੂੰ ਅੱਜ ਦੱਸ ਦਿੰਦੀ ਆ, ਆਪਣੇ ਪੁੱਤਾਂ ਦੇ ਹਿੱਸੇ ਦੀ ਜ਼ਮੀਨ 'ਚੋਂ ਮੈਂ ਇੱਕ ਟੋਟਾ ਨਹੀਂ ਉਸ ਅਨਾਥ ਨੂੰ ਦਿੰਦੀ। ਨਸੀਬੋ ਦੀ ਇਹ ਅਨਾਥ ਵਾਲੀ ਗੱਲ ਸੁਣ ਕੇ ਜਗਤਾਰ ਦਾ ਦਿਲ ਟੁੱਟ ਗਿਆ। ਉਸਨੇ ਤਾਂ ਨਸੀਬੋ ਫਿਰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਤਾਂ ਆਪਣੀ ਜਿੱਦ ਤੇ ਅੜੀ ਹੋਈ ਸੀ। ਆਖਰ ਨੂੰ ਫਿਰ ਹਾਰ ਕੇ ਉਹ ਕੱਲਾ ਹੀ ਆਪਣੇ ਘਰ ਨੂੰ ਵਾਪਸ ਚਲਾ ਗਿਆ। 2-4 ਦਿਨ ਜਗਤਾਰ ਤਾਂ ਦੁਖੀ ਹੋਇਆ, ਏਦਾਂ ਹੀ ਸੋਚਾਂ ਵਿੱਚ ਹੀ ਖੋਇਆ ਰਿਹਾ। ਘਰ ਵਿੱਚ ਧਰਮੇ ਤੇ ਸ਼ਿੰਦੋ ਦੇ ਪੁੱਛਣ ਤੇ ਵੀ ਉਸਨੇ ਕਿਸੇ ਨੂੰ ਕੁਝ ਨਾ ਦੱਸਿਆ। ਫਿਰ ਕੁਝ ਦਿਨਾਂ ਬਾਅਦ ਜਗਤਾਰ ਤਾਂ ਇਹ ਸੋਚ ਕੇ ਇੱਕ ਵਾਰੀ ਫਿਰ ਆਪਣੇ ਸਹੁਰੇ ਘਰ ਗਿਆ ਕਿ ਸ਼ਾਇਦ ਨਸੀਬੋ ਦਾ ਮਨ ਬਦਲ ਗਿਆ ਹੋਵੇ, ਪਰ ਉਹ ਜਦ ਕਿੰਨਾ ਚਿਰ ਬਾਹਰ ਖੜਾ ਘਰ ਦਾ ਦਰਵਾਜ਼ਾ ਖੜਕਾਉਂਦਾ ਰਿਹਾ, ਕਿਸੇ ਨੇ ਵੀ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ। ਉਸ ਨੂੰ ਨਸੀਬੋ ਨੂੰ ਹਾਕਾ ਮਾਰਦੇ ਨੂੰ ਦੇਖ ਕੇ ਗਵਾਂਢਣ ਵੀ ਬਾਹਰ ਆ ਕੇ ਖੜੀ ਹੋ ਗਈ। ਜਗਤਾਰ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਤਾਂ ਕਿਸੇ ਰਿਸ਼ਤੇਦਾਰੀ 'ਚ ਗਏ ਹੋਏ ਨੇ। ਨਾਲੇ ਉਹ ਕਹਿ ਰਹੇ ਸੀ ਕਿ ਪਿੱਛੋਂ ਜੇ ਜਗਤਾਰ ਘਰ ਆਵੇ ਤਾਂ ਉਸ ਨੂੰ ਪੁੱਛਣਾ ਕਿ ਜਿਹੜਾ ਕੰਮ ਕਿਹਾ ਸੀ ਉਹ ਹੋ ਗਿਆ ਜਾਂ ਨਹੀਂ। ਜੇ ਹਾਂ ਹੈ ਤਾਂ ਫੇਰ ਹੀ ਉਹ ਵਾਪਸ ਘਰ ਆਊਗੀ, ਨਹੀਂ ਤਾਂ ਨਹੀਂ। ਇੰਨੀ ਗੱਲ ਸੁਣ ਕੇ ਜਗਤਾਰ ਨਿਰਾਸ਼ ਹੋ ਕੇ ਜਿਹੜੇ ਪੈਰੀ ਸਹੁਰੇ ਗਿਆ ਸੀ ਉਸੇ ਪੈਰੀ ਵਾਪਸ ਮੁੜ ਆਇਆ। ਸਾਰੇ ਰਾਹ ਉਸਦੇ ਮਨ 'ਚ ਤਰ੍ਹਾਂ ਦੇ ਵਿਚਾਰ ਆਉਂਦੇ ਰਹੇ। ਆਖਰ ਨੂੰ ਫੇਰ ਘਰ ਆ ਕੇ ਉਸਨੇ ਬੜੇ ਦੁਖੀ ਮਨ ਕਰਮੇ ਦੇ ਕੱਪੜੇ ਇੱਕ ਝੋਲੇ 'ਚ ਪਾਏ ਤੇ ਫਿਰ ਉਸ ਨੂੰ ਆਪਣੇ ਨਾਲ ਲੈ ਕੇ ਸ਼ਹਿਰ ਦੇ ਵੱਲ ਨੂੰ ਤੁਰ ਪਿਆ। ਸ਼ਹਿਰ ਬੱਸ ਅੱਡੇ ਪਹੁੰਚ ਕੇ ਉਸਨੇ ਟਿਕਟ ਲੈ ਕੇ ਕਰਮੇ ਦੇ ਕੁੜਤੇ ਦੀ ਜੇਬ 'ਚ ਪਾਈ ਤੇ ਉਸ ਨੂੰ ਬੱਸ ਦੀ ਸੀਟ ਤੇ ਬਿਠਾ ਕੇ ਕਹਿਣ ਲੱਗਾ, ਕਰਮੇ ਪੁੱਤ, ਜੇ ਕੋਈ ਤੇਰੀ ਟਿਕਟ ਪੁੱਛੇਗਾ ਨਾ, ਆ ਜੇਬ 'ਚ ਪਈ ਆ, ਦਿਖਾ ਦੇਵੀਂ। ਨਾਲੇ ਜੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੇਵੀਂ। ਪਰ ਮੈਂ ਵੀ ਮਜਬੂਰ ਆ ਮੇਰੇ ਵੀਰ, ਆਪਣਾ ਸਾਥ ਸ਼ਾਇਦ ਇੰਨਾ ਕੋ ਹੀ ਸੀ। ਤੂੰ ਆਪਣੇ ਵੀਰੇ ਨੂੰ ਪਿਆਰ ਕਰਦਾ ਏ ਨਾ, ਤਾਂ ਮੇਰੀ ਇੱਕ ਗੱਲ ਮੰਨੀ। ਜਗਤਾਰ ਦੀ ਗੱਲ ਸੁਣ ਕੇ ਜਦ ਕਰਮੇ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਫਿਰ ਉਹ ਕਹਿਣ ਲੱਗਾ, ਤੂੰ ਚੱਲਾਂ ਇੱਥੋਂ ਤੇ ਵਾਪਸ ਕਦੇ ਮੁੜ ਕੇ ਨਾ ਆਵੀਂ। ਇਹ ਸਮਝੀ ਕਿ ਬੇਬੇ ਬਾਪੂ ਦੇ ਨਾਲ ਅਸੀਂ ਵੀ ਮਰ ਗਏ ਸੀ। ਇੰਨਾ ਆਖ ਕੇ ਉਸਨੇ ਕਰਮੇ ਨੂੰ ਆਪਣੇ ਗਲ ਨਾਲ ਲਗਾਇਆ ਤੇ ਫਿਰ ਕੱਪੜਿਆਂ ਵਾਲਾ ਝੋਲਾ ਉਸ ਨੂੰ ਫੜਾ ਕੇ ਖੁਦ ਰੋਂਦਾ ਹੋਇਆ ਬੱਸ 'ਚੋਂ ਉਤਰ ਆਇਆ। ਇੱਕ 13-14 ਸਾਲਾਂ ਦਾ ਬੱਚਾ ਜਿਸ ਨੂੰ ਹਾਲੇ ਦੁਨੀਆ ਸੋਝੀ ਆਉਣੀ ਸ਼ੁਰੂ ਹੋਈ ਹੋਵੇ, ਭਲਾ ਉਸ ਨੂੰ ਕੀ ਪਤਾ ਕਿ ਉਸ ਦਾ ਭਰਾ ਉਸ ਨੂੰ ਕੀ ਕਹਿ ਰਿਹਾ ਹੈ, ਕਿੱਥੇ ਤੇ ਕਿਉਂ ਭੇਜ ਰਿਹਾ ਹੈ। ਕਰਮੇ ਨੂੰ ਜੇ ਕੁਝ ਸਮਝ ਆਇਆ ਸੀ ਤਾਂ ਬਸ ਇੰਨਾ ਹੀ ਕਿ ਕਦੇ ਵਾਪਸ ਮੁੜ ਕੇ ਨਾ ਆਵੀਂ।
ਫਿਰ ਕੁਝ ਦੇਰ ਬਾਅਦ ਕੰਡਕਟਰ ਦੇ ਸੀਟੀ ਮਾਰਨ ਤੇ ਬੱਸ ਚੱਲ ਪਈ ਤਾਂ ਕਰਮਾ ਕਿੰਨੇ ਹੀ ਸਵਾਲ ਭਰੀਆਂ ਅੱਖਾਂ ਰਾਹੀਂ ਸ਼ੀਸ਼ੇ 'ਚੋਂ ਬਾਹਰ ਖੜੇ ਆਪਣੇ ਭਰਾ ਜਗਤਾਰ ਨੂੰ ਦੇਖਣ ਲੱਗਾ। ਬੱਸ ਹੌਲੀ-ਹੌਲੀ ਤੇਜ਼ ਹੋਈ ਅੱਡੇ 'ਚੋਂ ਨਿਕਲ ਕੇ ਫਿਰ ਆਪਣੇ ਸਫ਼ਰ ਤੇ ਚੱਲ ਪਈ। ਜਦ ਕੰਡਕਟਰ ਟਿਕਟਾਂ ਕੱਢਦਾ ਹੋਇਆ ਕਰਮੇ ਕੋਲ ਆਇਆ ਤਾਂ ਉਸਨੇ ਕਰਮੇ ਦੇ ਹੱਥ 'ਚ ਫੜੀ ਟਿਕਟ ਦੇਖੀ ਤੇ ਅੱਗੇ ਨੂੰ ਚੱਲ ਪਿਆ। ਦੁਪਹਿਰ ਤੋਂ ਸ਼ਾਮ ਹੋ ਗਈ ਸੀ। ਬੱਸ ਵੀ ਲਗਭਗ ਸਾਰੀ ਖਾਲੀ ਹੋ ਕੇ ਆਪਣੇ ਆਖਰੀ ਅੱਡੇ ਤੇ ਪਹੁੰਚ ਗਈ ਸੀ। ਜਦ ਬੱਸ ਰੁਕੀ ਤਾਂ ਕਰਮੇ ਦੀ ਅੱਖ ਖੁੱਲੀ। ਉਸਨੇ ਬਾਹਰ ਦੇਖਿਆ ਤਾਂ ਬੱਸ ਰੁਕੀ ਹੋਈ ਸੀ। ਜਦ ਉਹ ਬੱਸ 'ਚੋਂ ਹੇਠਾਂ ਉਤਰਨ ਲੱਗਾ ਤਾਂ ਡਰਾਈਵਰ ਆਪਣੀ ਸੀਟ ਦੀ ਸਫਾਈ ਕਰਦਾ ਹੋਇਆ ਉਸਨੂੰ ਹਾਕ ਮਾਰ ਕੇ ਪੁੱਛਣ ਲੱਗਾ, ਕੀ ਗੱਲ ਆ ਪੁੱਤ, ਘਰੋਂ ਭੱਜ ਕੇ ਆਇਆ ਏ? ਕਰਮੇ ਨੇ ਉਸਦੀ ਗੱਲ ਸੁਣ ਕੇ ਸਿਰ ਝੁਕਾ ਲਿਆ ਤੇ ਚੁੱਪ ਕਰਕੇ ਬੱਸ 'ਚੋਂ ਹੇਠਾਂ ਉਤਰ ਆਇਆ। ਬੱਸ 'ਚੋਂ ਉਤਰ ਕੇ ਉਸਨੇ ਆਸੇ-ਪਾਸੇ ਦੇਖਿਆ ਤਾਂ ਚਾਰੇ ਪਾਸੇ ਬੱਸਾਂ ਹੀ ਬੱਸਾਂ ਸਨ। ਫਿਰ ਜਦ ਉਹ ਬੱਸ ਅੱਡੇ 'ਚੋਂ ਬਾਹਰ ਆਇਆ ਤਾਂ ਉਸਨੂੰ ਸਮਝ ਨਾ ਆਵੇ ਕਿ ਉਹ ਹੁਣ ਕਿੱਧਰ ਨੂੰ ਜਾਵੇ। ਜਦ ਉਸਨੇ ਦੋ ਬੰਦਿਆਂ ਨੂੰ ਆਪਸ 'ਚ ਗੱਲਾਂ ਬਾਤਾਂ ਕਰਦੇ ਹੋਏ ਸੁਣਿਆ ਜੋ ਨਾਲ ਦੇ ਪਿੰਡ ਹਾਰੋਵਾਲ 'ਚ ਲੱਗੇ ਕਿਸੇ ਦੀਵਾਨ ਤੇ ਜਾ ਰਹੇ ਸਨ। ਕਰਮਾ ਵੀ ਉਹਨਾਂ ਦੇ ਮਗਰੇ ਹੀ ਪੈਦਲ ਚੱਲ ਪਿਆ। ਸੂਰਜ ਢਲਦੇ ਨੂੰ ਹਨੇਰਾ ਹੋਏ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚਿਆ, ਜਿੱਥੇ ਉਸਨੇ ਚੱਲ ਰਹੇ ਲੰਗਰ 'ਚ ਜਾ ਕੇ ਪਹਿਲਾਂ ਰੋਟੀ ਖਾਧੀ ਤੇ ਫਿਰ ਦੀਵਾਨ ਹਾਲ 'ਚ ਬੈਠਾ ਰਿਹਾ। ਸਵੇਰੇ ਤੜਕੇ ਜਦ ਦੀਵਾਨ ਖਤਮ ਹੋਏ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸੀ। ਕਾਫੀ ਜਾਣਿਆਂ ਨੇ ਕਰਮੇ ਨੂੰ ਉਸਦੇ ਬਾਰੇ ਪੁੱਛਿਆ ਵੀ ਕਿ ਉਹ ਇਕੱਲਾ ਇੱਥੇ ਕੀ ਕਰ ਰਿਹਾ ਹੈ, ਉਸਦੇ ਘਰ ਦੇ ਕਿੱਥੇ ਆ, ਪਰ ਉਸਨੇ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ। ਸਭ ਦੇ ਜਾਣ ਮਗਰੋਂ ਕਰਮਾ ਹੁਣ ਫਿਰ ਇਕੱਲਾ ਹੀ ਰਹਿ ਗਿਆ ਸੀ। ਆਪਣੇ ਆਸੇ-ਪਾਸੇ ਦੇਖਣ ਤੇ ਉਸਨੂੰ ਗੁਰੂ ਘਰ ਤੋਂ ਕੁਝ ਦੂਰ ਸਾਹਮਣੇ ਇੱਕ ਘਰ ਦੇ ਬਾਹਰ ਜਗਦੀ ਹੋਈ ਲਾਈਟ ਨਜ਼ਰ ਆਈ ਤੇ ਉਹ ਉਸਦੇ ਵੱਲ ਤੁਰ ਪਿਆ। ਜਦ ਉਹ ਉਸ ਘਰ ਦੇ ਬਾਹਰ ਪਹੁੰਚਿਆ ਤਾਂ ਵੱਡਾ ਸਾਰਾ ਹਵੇਲੀ ਦਾ ਦਰਵਾਜ਼ਾ ਦੇਖ ਕੇ ਉਹ ਤਾਂ ਉਸਨੂੰ ਦੇਖਦਾ ਹੀ ਰਹਿ ਗਿਆ। ਫਿਰ ਘਰ ਦੇ ਬਾਹਰ ਬੈਠਣ ਲਈ ਬਣੀ ਇੱਕ ਥੜੀ ਤੇ ਹੀ ਉਸਨੇ ਆਪਣੇ ਸਿਰ ਤੋਂ ਲਾਹ ਕੇ ਪਰਨਾ ਵਿਛਾਇਆ ਤੇ ਉੱਥੇ ਹੀ ਲੇਟ ਗਿਆ। ਲੰਬਾ ਸਫ਼ਰ ਤੇ ਉੱਤੋਂ ਸਾਰੀ ਰਾਤ ਦਾ ਉਹ ਨੀਂਦਰਾ ਹੋਣ ਕਰਕੇ ਉਸਨੂੰ ਲੇਟਦਿਆਂ ਸਾਰ ਹੀ ਨੀਂਦ ਆ ਗਈ। ਸਵੇਰੇ ਮੂੰਹ ਹਨੇਰੇ ਜਦ ਘਰ ਦਾ ਮੇਨ ਦਰਵਾਜ਼ਾ ਖੁੱਲਿਆ ਤਾਂ ਇੱਕ ਔਰਤ ਸਿਰ ਤੇ ਦੁਮਾਲਾ ਸਜਾਈ ਦਰਵਾਜ਼ੇ 'ਚੋਂ ਬਾਹਰ ਆਈ ਤੇ ਫਿਰ ਆਪਣੇ ਧਿਆਨ ਹੀ ਉਹ ਗੁਰੂ ਘਰ ਵੱਲ ਨੂੰ ਮੱਥਾ ਟੇਕਣ ਚਲੀ ਗਈ। ਫਿਰ ਜਦ ਉਹ ਥੋੜਾ ਜਿਹਾ ਦਿਨ ਚੜ੍ਹਦੇ ਨੂੰ ਵਾਪਸ ਆਈ ਤਾਂ ਆਪਣੇ ਘਰ ਦੇ ਬਾਹਰ 13-14 ਸਾਲਾਂ ਦੇ ਕਿਸੇ ਮੁੰਡੇ ਨੂੰ ਸੁੱਤਾ ਪਿਆ ਦੇਖ ਕੇ ਉਹ ਉਸਦੇ ਕੋਲ ਆਇਆ ਤੇ ਜਗਾਉਂਦੇ ਹੋਏ ਕਹਿਣ ਲੱਗੀ, ਵੇ ਪੁੱਤ, ਕੀ ਹੋਇਆ, ਤੂੰ ਇੱਥੇ ਕਿਉਂ ਸੁੱਤਾ ਪਿਆ? ਕਰਮਾ ਅੱਬੜਵਾਏ ਉੱਠਿਆ ਤੇ ਇੱਕ ਔਰਤ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਉਹ ਡਰ ਗਿਆ। ਫਿਰ ਕਰਮੇ ਨੂੰ ਡਰਦਾ ਹੋਇਆ ਦੇਖ ਕੇ ਉਸ ਔਰਤ ਨੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਰੱਖਦੇ ਹੋਏ ਕਹਿਣ ਲੱਗੀ, ਪੁੱਤ ਡਰਨਾ, ਮੇਰਾ ਨਾਮ ਸਤਵੀਰ ਕੌਰ ਹੈ। ਇਹ ਘਰ ਮੇਰਾ ਹੀ ਆ, ਪਰ ਤੂੰ ਕੌਣ ਹੈ, ਕਿੱਥੋਂ ਆਇਆ ਏ? ਸਾਡੇ ਪਿੰਡ ਦਾ ਤਾਂ ਨਹੀਂ ਲੱਗਦਾ। ਕਰਮਾ, ਮੇਰਾ ਘਰ ਤਾਂ ਪਤਾ ਨਹੀਂ ਕਿੱਥੇ ਰਹਿ ਗਿਆ। ਵੀਰਾ ਮੈਨੂੰ ਬੱਸ 'ਚ ਬਿਠਾ ਕੇ ਕਹਿ ਗਿਆ ਸੀ ਕਿ ਤੂੰ ਹੁਣ ਕਦੇ ਵਾਪਸ ਮੁੜ ਕੇ ਨਾ ਆਈ। ਫਿਰ ਉਹ ਔਰਤ ਕਰਮੇ ਦਾ ਸਿਰ ਪਲੋਸਦੇ ਹੋਏ ਕਹਿਣ ਲੱਗੀ, ਪੁੱਤ ਅੰਦਰ ਆ ਜਾ ਮੇਰੇ ਨਾਲ, ਮੈਂ ਤੈਨੂੰ ਚਾਹ ਪਿਆਉਂਦੀ ਆ। ਪਰ ਕਰਮੇ ਨੂੰ ਥੋੜਾ ਝਿਜਕਦਾ ਹੋਇਆ ਦੇਖ ਕੇ ਫਿਰ ਉਹ ਕਹਿਣ ਲੱਗੀ, ਕੀ ਹੋਇਆ, ਡਰ ਨਾ ਪੁੱਤ, ਤਾਂ ਕੀ ਹੋਇਆ ਜੇ ਮੈਂ ਤੇਰੀ ਸਕੀ ਮਾਂ ਨਹੀਂ, ਪਰ ਮਾਂ ਵਰਗੀ ਤਾਂ ਆਣਾ। ਚੱਲ ਉੱਠ, ਸ਼ਾਬਾਸ਼, ਆ ਜਾ, ਆਪਾਂ ਅੰਦਰ ਚੱਲੀਏ, ਹੋਰ ਕਿੰਨਾ ਚਿਰ ਇੱਥੇ ਬੈਠਾ ਰਹੇਗਾ। ਫਿਰ ਉਹ ਕਰਮੇ ਦਾ ਹੱਥ ਫੜ ਕੇ ਉਸਨੂੰ ਆਪਣੇ ਘਰ ਦੇ ਅੰਦਰ ਲੈ ਆਈ। ਜਦ ਦਰਵਾਜ਼ਾ ਲਗਾ ਕੇ ਉਹ ਘਰ ਦੇ ਅੰਦਰ ਆਏ ਤਾਂ ਕਰਮਾ ਇੰਨੀ ਵੱਡੀ ਹਵੇਲੀ ਨੂੰ ਦੇਖ ਕੇ ਕਹਿਣ ਲੱਗਾ, ਕਿੰਨਾ ਵੱਡਾ ਘਰ ਹੈ, ਇੱਥੇ ਤਾਂ ਲੁਕਣ ਮੀਚੀ ਖੇਡਣ 'ਚ ਵੀ ਬਹੁਤ ਮਜ਼ਾ ਆਊਗਾ। ਸਤਵੀਰ ਕੌਰ ਫਿਰ ਕਰਮੇ ਨੂੰ ਆਪਣੇ ਨਾਲ ਬਾਹਰ ਬਣੇ ਹਾਲ 'ਚ ਲੈ ਕੇ ਆਈ, ਕੁਰਸੀ ਤੇ ਬਿਠਾਇਆ। ਕੁਝ ਦੇਰ ਬਾਅਦ ਘਰ ਦਾ ਕੰਮ ਕਰਨ ਵਾਲੀ ਔਰਤ ਆਈ, ਉਹਨਾਂ ਦੋਵਾਂ ਦੀ ਚਾਹ ਟੇਬਲ ਤੇ ਰੱਖ ਕੇ ਵਾਪਸ ਚਲੀ ਗਈ। ਸਤਵੀਰ ਨੇ ਗਲਾਸ ਵਾਲੀ ਚਾਹ ਠੰਡੀ ਕਰਕੇ ਕਰਮੇ ਨੂੰ ਗਲਾਸ ਫੜਾਇਆ ਤੇ ਕਹਿਣ ਲੱਗੀ, ਆ ਲੈ ਫੜ ਪੁੱਤ, ਚਾਹ ਪੀ। ਕਰਮੇ ਨੇ ਫਿਰ ਉਸਦੇ ਹੱਥੋਂ ਚਾਹ ਵਾਲਾ ਗਲਾਸ ਫੜਿਆ ਤੇ ਫਟਾਫਟ ਸਾਰੀ ਚਾਹ ਪੀ ਗਿਆ ਤੇ ਖਾਲੀ ਗਲਾਸ ਟੇਬਲ ਤੇ ਰੱਖਦੇ ਹੋਏ ਕਹਿਣ ਲੱਗਾ, ਹੋਰ ਪੀਣੀ ਆ? ਉਸ ਦੀ ਗੱਲ ਸੁਣ ਕੇ ਸਤਵੀਰ ਹੱਸਣ ਲੱਗ ਪਈ। ਫਿਰ ਉਸਨੇ ਹੋਰ ਚਾਹ ਮੰਗਵਾਈ ਤੇ ਠੰਡੀ ਕਰਕੇ ਕਰਮੇ ਨੂੰ ਫੜਾਉਂਦੇ ਹੋਏ ਕਹਿਣ ਲੱਗੀ, ਪੁੱਤ ਚਾਹ ਹੀ ਪੀ ਜਾਏਗਾ ਕਿ ਆਪਣਾ ਨਾਮ ਵੀ ਦੱਸੇਗਾ? ਕਰਮੇ ਨੇ
ਚਾਹ ਵਾਲਾ ਗਲਾਸ ਫੜਦੇ ਹੋਏ ਕਹਿਣ ਲੱਗਾ, ਮੇਰਾ ਨਾਮ ਕਰਮਾ। ਸਤਵੀਰ, ਬਹੁਤ ਸੋਹਣਾ ਨਾਮ ਆ ਪੁੱਤ। ਚੱਲ ਹੁਣ ਇਹ ਤਾਂ ਦੱਸ ਦੇ ਤੂੰ ਜਾਣਾ ਕਿੱਥੇ ਆ? ਕਰਮਾ, ਪਤਾ ਨਹੀਂ। ਸਤਵੀਰ, ਚੱਲ ਕੋਈ ਗੱਲ ਨਹੀਂ, ਆਪਾਂ ਦੋਵੇਂ ਬੈਠ ਕੇ ਸੋਚ ਲਵਾਂਗੇ। ਹੁਣ ਤੂੰ ਦੱਸ, ਰੋਟੀ ਖਾਣੀ ਆ? ਕਰਮਾ, ਰੋਟੀ ਖਵਾਉਣ ਤੋਂ ਬਾਅਦ ਤੁਸੀਂ ਵੀ ਮੇਰੇ ਤੋਂ ਘਰ ਦੇ ਸਾਰੇ ਕੰਮ ਕਰਾਓਗੇ ਤੇ ਫਿਰ ਮੈਨੂੰ ਭਾਬੀ ਵਾਂਗੂ ਮਾਰੋਗੇ ਵੀ? ਸਤਵੀਰ, ਨਾ ਵੇ ਪੁੱਤ, ਭਲਾ ਬੱਚਿਆਂ ਨੂੰ ਵੀ ਕੋਈ ਮਾਰਿਆ ਕਰਦਾ ਹੁੰਦਾ। ਤੂੰ ਨਾ ਇੱਕ ਕੰਮ ਕਰ, ਜਦ ਤੱਕ ਤੈਨੂੰ ਪਤਾ ਨਹੀਂ ਲੱਗ ਜਾਂਦਾ ਨਾ ਤੂੰ ਕਿੱਥੇ ਜਾਣਾ, ਉਦੋਂ ਤੱਕ ਤੂੰ ਮੇਰੇ ਕੋਲ ਹੀ ਰਹਿ ਲੈ। ਫਿਰ ਕਰਮਾ ਆਸੇ-ਪਾਸੇ ਦੇਖਦਾ ਹੋਇਆ ਵਿਹੜੇ 'ਚ ਖੜੀ ਇੱਕ ਫੌਜੀਆਂ ਵਾਲੀ ਜੀਪ ਦੇਖ ਕੇ ਉੱਠ ਕੇ ਭੱਜ ਕੇ ਉਸਦੇ ਕੋਲ ਗਿਆ ਤੇ ਸੀਟ ਤੇ ਚੜ੍ਹ ਕੇ ਬੈਠ ਗਿਆ। ਸਤਵੀਰ ਉੱਠ ਕੇ ਉਸਦੇ ਕੋਲ ਆਈ ਤੇ ਕਹਿਣ ਲੱਗੀ, ਇਹ ਨਾ ਮੇਰੇ ਪੁੱਤ ਦੀ ਜੀਪ ਹੈ, ਉਹ ਫੌਜ 'ਚ ਨੌਕਰੀ ਕਰਦਾ ਏ, ਸਾਲ ਪਿੱਛੋਂ ਘਰ ਆਉਂਦਾ ਹੁੰਦਾ ਹੈ। ਤੈਨੂੰ ਵੀ ਫੌਜੀ ਪਸੰਦ ਨੇ? ਕਰਮਾ, ਸਾਡੇ ਪਿੰਡ ਵਿੱਚ ਵੀ ਨਾ ਫੌਜੀਆਂ ਦਾ ਕੈਂਪ ਹੁੰਦਾ ਸੀ। ਅਸੀਂ ਸਕੂਲੋਂ ਭੱਜ ਕੇ ਚੋਰੀ ਉਹਨਾਂ ਦੇ ਕੈਂਪ 'ਚ ਜੀਪਾਂ ਟੈਂਕ ਦੇਖਣ ਵੜ ਜਾਂਦੇ ਹੁੰਦੇ ਸੀ। ਫਿਰ ਜਦ ਫੌਜੀਆਂ ਨੇ ਸਾਨੂੰ ਫੜ ਲੈਣਾ ਤਾਂ ਖਾਣ ਪੀਣ ਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ ਦੇ ਕੇ ਸਾਨੂੰ ਆਪਣੇ ਘਰ ਨੂੰ ਭੇਜਦੇ ਹੁੰਦੇ ਸੀ। ਸਤਵੀਰ, ਲੈ ਫਿਰ ਤਾਂ ਤੇਰੀ ਮੌਜ ਹੀ ਲੱਗ ਗਈ। ਮੇਰਾ ਪੁੱਤ ਨਾ ਫੌਜ 'ਚ ਵੱਡਾ ਅਫਸਰ ਲੱਗਿਆ ਹੋਇਆ। ਹੁਣ ਤੈਨੂੰ ਵੀ ਜੀਪਾਂ ਗੱਡੀਆਂ ਖੂਬ ਦੇਖਣ ਨੂੰ ਮਿਲਿਆ ਕਰਨਗੀਆਂ। ਚੱਲ ਆ ਜਾ, ਫਿਰ ਆਪਾਂ ਹੁਣ ਰੋਟੀ ਬਣਾਈਏ। ਇੰਨਾ ਆਖ ਕੇ ਸਤਵੀਰ ਨੇ ਉਸ ਨੂੰ ਜੀਪ 'ਚੋਂ ਲਾਹਿਆ ਤੇ ਆਪਣੇ ਨਾਲ ਅੰਦਰ ਲੈ ਗਈ। ਜਦ ਉਹ ਰਸੋਈ 'ਚ ਖੜੀ ਰੋਟੀਆਂ ਬਣਾ ਰਹੀ ਸੀ ਤਾਂ ਕਰਮੇ ਨੂੰ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ, ਕੀ ਗੱਲ ਕਰਮੇ ਪੁੱਤ, ਕੀ ਦੇਖ ਰਿਹਾ? ਕਰਮਾ, ਮੇਰੀ ਬੇਬੇ ਵੀ ਨਾ ਤੁਹਾਡੇ ਵਾਂਗੂ ਹੀ ਰੋਟੀ ਬਣਾਉਂਦੀ ਹੁੰਦੀ ਸੀ। ਸਤਵੀਰ, ਅੱਛਾ, ਕਿੱਥੇ ਆ ਤੇਰੀ ਬੇਬੇ? ਕਰਮਾ, ਸਾਰੇ ਕਹਿੰਦੇ ਆ ਉਹ ਨਾ ਬਾਪੂ ਦੇ ਨਾਲ ਰੱਬ ਕੋਲ ਚਲੀ ਗਈ ਆ, ਪਰ ਫਿਰ ਮੈਂ ਕਿਉਂ ਨਹੀਂ ਗਿਆ ਰੱਬ ਕੋਲ? ਸਤਵੀਰ ਫਿਰ ਕਰਮੇ ਨੇ ਨੂੰ ਫੜ ਕੇ ਆਪਣੇ ਸੀਨੇ ਨਾਲ ਲਗਾਉਂਦੇ ਹੋਏ ਕਹਿਣ ਲੱਗੀ, ਇਦਾਂ ਨਹੀਂ ਕਹਿੰਦੇ ਪੁੱਤ, ਕੀ ਪਤਾ ਸ਼ਾਇਦ ਵਾਹਿਗੁਰੂ ਜੀ ਨੂੰ ਉਹਨਾਂ ਦਾ ਜ਼ਿਆਦਾ ਲੋੜ ਹੋਵੇਗੀ। ਨਾਲੇ ਰੱਬ ਨਾ ਛੋਟੇ ਬੱਚਿਆਂ ਨੂੰ ਨਹੀਂ ਲੈ ਕੇ ਜਾਂਦਾ ਹੁੰਦਾ। ਤੂੰ ਨਾ ਹੁਣ ਕਿਤੇ ਨਹੀਂ ਜਾਣਾ, ਮੇਰੇ ਕੋਲ ਇੱਥੇ ਹੀ ਰਹਿਣਾ। ਸਾਰੇ ਪਿੰਡ ਵਾਲੇ ਮੈਨੂੰ ਵੱਡੀ ਸਰਦਾਰਨੀ ਆਖਦੇ ਆ, ਪਰ ਤੂੰ ਮੈਨੂੰ ਆਪਣੀ ਵੱਡੀ ਬੇਬੇ ਕਹਿ ਲਿਆ ਕਰ, ਠੀਕ ਹੈ? ਚਲੋ ਜੀ, ਫਿਰ ਇਦਾਂ ਹੀ ਹੌਲੀ-ਹੌਲੀ ਦਿਨ ਬੀਤਣ ਲੱਗੇ। ਕਰਮੇ ਦਾ ਵੀ ਨਵੇਂ ਘਰ ਵਿੱਚ ਦਿਲ ਲੱਗਣ ਲੱਗ ਪਿਆ ਸੀ। ਇੰਨੀ ਵੱਡੀ ਹਵੇਲੀ ਤੇ ਉਸਦਾ ਖੁੱਲ੍ਹਾ ਡੁੱਲਾ ਮਾਹੌਲ ਤੇ ਸਭ ਤੋਂ ਵਧੀਆ ਉਹ ਫੌਜੀਆਂ ਵਾਲੀ ਜੀਪ, ਜੋ ਕਿ ਕਰਮੇ ਨੂੰ ਬਹੁਤ ਪਸੰਦ ਸੀ। ਕਈ ਵਾਰੀ ਕਰਮੇ ਨੂੰ ਆਪਣੇ ਘਰ ਦੀ ਯਾਦ ਤਾਂ ਬਹੁਤ ਆਉਂਦੀ ਸੀ। ਕਦੇ-ਕਦੇ ਉਸਦਾ ਦਿਲ ਤਾਂ ਕਰਦਾ ਸੀ ਕਿ ਉਹ ਵਾਪਸ ਆਪਣੇ ਪਿੰਡ ਮੁੜ ਜਾਵੇ, ਪਰ ਜਦ ਉਸ ਨੂੰ ਆਪਣੇ ਵੀਰੇ ਦੀ ਕਹੀ ਗੱਲ ਯਾਦ ਆਉਂਦੀ ਤਾਂ ਮਨ ਮਿਓਸ ਕੇ ਰਹਿ ਜਾਂਦਾ ਸੀ। ਉਸਦੀ ਵੱਡੀ ਬੇਬੇ ਤਾਂ ਕਰਮੇ ਨੂੰ ਆਨੇ ਬਹਾਨੇ ਉਸਦੇ ਪਿੰਡ ਜਾ ਘਰ ਬਾਰੇ ਪੁੱਛਦੀ ਰਹਿੰਦੀ ਸੀ, ਪਰ ਕਰਮੇ ਨੇ ਕਦੇ ਵੀ ਉਸ ਨੂੰ ਕਿਸੇ ਬਾਰੇ ਜ਼ਿਆਦਾ ਕੁਝ ਨਾ ਦੱਸਿਆ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਿਰਪਾ ਕਰਕੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ, ਤਾਂ ਕਿ ਆਉਣ ਵਾਲੀਆਂ ਨਵੀਆਂ ਕਹਾਣੀਆਂ ਤੁਹਾਡੇ ਤੱਕ ਜਲਦ ਪਹੁੰਚ ਸਕਣ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ।